ਪ੍ਰਾਈਮੇਸ਼ਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਟਾਈਮ ਵਿੱਚ। ਮੈਂ ਹਾਂ ਨਵਜੀਤ। ਕੋਸ਼ਿਸ਼ ਕਰੀਦੀ ਹੈ ਕਿ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਹੁੰਦਾ ਤੁਹਾਡੇ ਸਾਹਮਣੇ ਰੱਖੀਏ। 24 ਘੰਟੇ ਵਿੱਚ ਬਹੁਤ ਕੁਝ ਵਾਪਰਿਆ। ਰਾਹੁਲ ਗਾਂਧੀ ਹੋਰਾਂ ਨੂੰ ਲੈ ਕੇ ਜੋ ਖਬਰ ਆ ਰਹੀ ਹੈ, ਅੱਜ ਦੁਪਹਿਰ ਤੋਂ ਹੀ ਉਹਦੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ, ਕਿਉਂਕਿ ਸੁਪਰੀਮ ਕੋਰਟ ਦੇ ਜੱਜ ਨੇ ਜਿਸ ਹਿਸਾਬ ਦਾ ਫੈਸਲਾ ਲਿਆ, ਆਉਂਦੇ ਦਿਨਾਂ ਤੱਕ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੁੰਦਾ, ਕਿੰਨਾ ਕੁ ਨੁਕਸਾਨ ਹੋ ਸਕਦਾ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੂੰ, ਇਹ 'ਤੇ ਗੱਲਬਾਤ ਕਰਾਂਗੇ। ਤਰਨਜੀਤ ਸਿੰਘ ਢੇਸੀ ਭਾਰਤ ਦੌਰੇ 'ਤੇ ਨੇ, ਪੰਜਾਬ ਪਹੁੰਚੇ ਹੋਏ ਨੇ। ਏਅਰਪੋਰਟ 'ਤੇ ਉਹਨਾਂ ਨੂੰ ਰੋਕਿਆ ਗਿਆ, ਪੁੱਛਗਿੱਛ ਹੋਈ, ਕਾਰਡ ਦਾ ਰੌਲਾ ਸੀ, ਗੱਲ ਜਾਂਦੀ ਜਾਂਦੀ ਅੱਗੇ ਵੱਲ ਦਿਖਾਈ ਦੇ ਰਹੀ ਹੈ। ਚਰਚਾ ਉੱਤੇ ਵੀ ਕਰਾਂਗੇ। ਦਿੱਲੀ ਦੇ ਵਿੱਚ ਸੇਵਾਵਾਂ ਬਿੱਲ ਲੋਕ ਸਭਾ ਦੇ ਵਿੱਚ ਪਾਸ ਹੋ ਚੁੱਕਿਆ ਅਤੇ ਹੁਣ ਕਿਹੜੀਆਂ ਸ਼ਕਤੀਆਂ ਕੇਜਰੀਵਾਲ ਸਾਹਿਬ ਦੇ ਕੋਲ ਰਹਿਣਗੀਆਂ ਤੇ ਕਿਹੜੇ ਅਧਿਕਾਰ ਕੇਂਦਰ ਦੇ ਕੋਲ ਜ਼ਿਆਦਾ ਚਲੇ ਜਾਣਗੇ, ਗੱਲ ਉਹਨਾਂ ਦੀ ਵੀ ਕਰਾਂਗੇ। ਪਰ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਹੋਰਾਂ ਦੀ ਗੱਲ ਕਰਨੀ ਹੈ। ਰਾਹੁਲ ਗਾਂਧੀ ਹੋਰਾਂ ਨੂੰ ਸਿਆਸਤ ਵਿੱਚ ਲੈ ਕੇ ਇੱਕ ਗੱਲ ਹਮੇਸ਼ਾ ਹੀ ਮਸ਼ਹੂਰ ਰਹਿੰਦੀ ਹੈ, ਚਰਚਾ ਦੇ ਵਿੱਚ ਰਹਿੰਦੀ ਹੈ ਕਿ ਰਾਹੁਲ ਗਾਂਧੀ ਸਾਹਿਬ ਅਜੇ ਤੱਕ ਸਿਆਸਤ ਦੀਆਂ ਉਹਨਾਂ ਬਾਜ਼ੀਆਂ ਨੂੰ ਨਹੀਂ ਸਿੱਖ ਸਕੇ ਜਿਹਦੀ ਲੋੜ ਰਹਿੰਦੀ ਹੈ। ਪਰ ਹੋ ਸਕਦਾ ਇਹ ਬਹੁਤ ਸਾਰੇ ਸਿਆਸਤਦਾਨਾਂ ਦਾ ਭੁਲੇਖਾ ਹੋਵੇ, ਹੋ ਸਕਦਾ ਬਹੁਤ ਸਾਰੇ ਲੋਕਾਂ ਦਾ ਭੁਲੇਖਾ ਹੋਵੇ, ਪਰ ਇਹ ਵੀ ਹੋ ਸਕਦਾ ਹੈ ਕਿ ਇਹ ਗੱਲ ਬਿਲਕੁਲ ਵੀ ਸੱਚ ਹੋਵੇ। ਸਿਆਣੇ ਕਹਿੰਦੇ ਹੈ ਕਿ ਜਦੋਂ ਅਕਲਦਾੜ ਆ ਜਾਂਦੀ ਹੈ ਤਾਂ ਲੋਕਾਂ ਨੂੰ ਇਹ ਮੰਨ ਲੈਂਦੇ ਆ ਕਿ ਅਕਲ ਆ ਗਈ ਹੈ, ਪਰ ਕਈ ਲੋਕਾਂ ਦੇ ਲੇਟ ਵੀ ਉੱਗਦੀ ਹੈ। ਹੁਣ ਜੇਕਰ ਵਾਕਈ ਇੱਥੇ ਜਿਸ ਹਿਸਾਬ ਦੇ ਨਾਲ ਰਾਹੁਲ ਗਾਂਧੀ ਹੋਰਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ, ਠੀਕ ਨੇ ਗਲਤ ਨੇ, ਅਸੀਂ ਉੱਧਰ ਨਹੀਂ ਪੈਂਦੇ ਕਿਉਂਕਿ ਸਾਡਾ ਇਹ ਅਧਿਕਾਰ ਨਹੀਂ। ਇਹ ਲੋਕ ਨੇ, ਲੋਕ ਚੁਣਨਗੇ ਕਿ ਇਹਨਾਂ ਦੇ ਵਿੱਚੋਂ ਕੀ ਸਹੀ ਹੈ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਦੇ ਉੱਪਰ ਇੱਕ ਕੇਸ ਹੁੰਦਾ, ਪਟੀਸ਼ਨ ਅਦਾਲਤ ਵਿੱਚ ਜਾਂਦੀ ਹੈ, ਸੁਣਵਾਈ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਜਾਂਦੀ ਹੈ। 1 ਸਾਲ ਤੋਂ ਵੱਧ ਦਾ ਸਮਾਂ ਜੇਕਰ ਹੋਰ ਹੋ ਜਾਂਦਾ ਤਾਂ ਵੋਟਾਂ ਲੰਘ ਜਾਣੀਆਂ ਸੀ ਤੇ ਬਾਅਦ ਦੇ ਵਿੱਚ ਕੁਝ ਬਚਣਾ ਨਹੀਂ ਸੀ। ਲੋਕਤੰਤਰ ਕਹਿੰਦੇ ਆ ਕਿ ਖਤਰੇ ਵਿੱਚ ਹੈ। ਰਾਹੁਲ ਗਾਂਧੀ ਸਾਹਿਬ ਸਭ ਤੋਂ ਜ਼ਿਆਦਾ ਇਸ ਚੀਜ਼ ਦੀ ਦੁਹਾਈ ਪਾਉਂਦੇ ਆ। ਹੁਣ ਜਿਸ ਹਿਸਾਬ ਦੇ ਨਾਲ ਸ਼ੁਰੂ ਕਰਦੇ ਆ ਇੱਕ ਭਾਰਤ ਜੋੜੋ ਯਾਤਰਾ ਤੋਂ, ਰਾਹੁਲ ਗਾਂਧੀ ਨੇ ਉਹਨਾਂ ਦਿਨਾਂ ਦੇ ਦੌਰਾਨ ਜਦੋਂ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ, ਟੇਕੇ ਨਹੀਂ ਬੈਠੇ ਬਈ। ਉਹਨਾਂ ਨੇ ਪ੍ਰਚਾਰ ਜਾਰੀ ਰੱਖਿਆ, ਉਹਨਾਂ ਨੇ ਲੋਕਾਂ ਨਾਲ ਰਾਬਤਾ ਕਾਇਮ ਰੱਖਿਆ। ਉਹ ਸਾਰਾ ਇਸ ਕਰਕੇ ਸੀ ਕਿ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਜੋ ਅਕਸ ਬਣਿਆ ਉਹ ਬਣਿਆ ਰਹੇ। ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ, ਕਹਿੰਦੇ ਸੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਣਾ। ਦੱਖਣ ਵਿੱਚ ਹੁੰਦੇ ਹੁੰਦੇ ਉਹ ਜਦੋਂ ਪੰਜਾਬ ਪਹੁੰਚਦੇ ਨੇ, ਪੰਜਾਬ ਦੇ ਵਿੱਚ ਭਾਵੇਂ ਕਾਂਗਰਸ ਦਾ ਜਿੰਨਾ ਮਰਜ਼ੀ ਖਲਾਰਾ ਪਿਆ ਹੋਵੇ, ਕੁਛ ਸਿਆਸਤਦਾਨ ਪਹੁੰਚੇ, ਕੋਈ 1 ਦਿਨ 2 ਦਿਨ ਬਾਅਦ ਆਉਂਦੇ ਰਹੇ, ਕੋਈ ਵੱਖਰੇ ਵੱਖਰੇ ਸਮੇਂ 'ਤੇ ਆਉਂਦੇ ਰਹੇ, ਇੱਥੋਂ ਲੰਘ ਗਏ ਚਲੇ ਗਏ। ਜੰਮੂ ਜਾਂਦੇ ਜਾਂਦੇ ਮੀਂਹ ਪੈਣ ਲੱਗ ਪਿਆ, ਪੈਂਦੇ ਮੀਂਹ ਦੇ ਦੌਰਾਨ ਵੀ ਜਦੋਂ ਮੂੰਹ ਦੇ ਉੱਪਰ ਉਹਨਾਂ ਦੀ ਦਾੜੀ ਵੀ ਵੱਧ ਗਈ, ਜਦੋਂ ਥੱਕੇ ਹਾਰੇ ਨਹੀਂ ਉਹ, ਤੇ ਇੱਕ ਗੱਲ ਫਿਰ ਦੁਬਾਰਾ ਜ਼ੋਰ ਫੜ ਗਏ ਕਿ ਰਾਹੁਲ ਗਾਂਧੀ ਨੇ ਜਿਹੜੀ ਇਹ ਯਾਤਰਾ ਕੀਤੀ ਹੈ ਇਹ ਭਾਰਤ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਅਸਰ ਪਾਵੇਗੀ। ਕਿਉਂਕਿ ਇਸ ਤੋਂ ਪਹਿਲਾਂ ਜਦੋਂ ਅਡਵਾਨੀ ਸਾਹਿਬ ਨੇ ਵੀ ਇੱਕ ਯਾਤਰਾ ਕੀਤੀ ਸੀ, ਪ੍ਰਭਾਵ ਬਹੁਤ ਪਿਆ ਸੀ। ਰੱਥ ਯਾਤਰਾ ਦੇ ਵਿੱਚੋਂ ਨਿਕਲਦੇ ਹੋਏ ਸਿਆਸਤਦਾਨ ਜਦੋਂ ਰੈਡੀ ਵਰਗਿਆਂ ਨੇ ਪੈਦਲ ਯਾਤਰਾ ਕੀਤੀ ਸੀ, ਉਦੋਂ ਵੀ ਬਹੁਤ ਪ੍ਰਭਾਵ ਪਿਆ ਸੀ। ਜਦੋਂ ਪਿਛਲੇ ਸਮੇਂ ਦੇ ਦੌਰਾਨ ਮਹਾਤਮਾ ਗਾਂਧੀ ਦੀ ਯਾਤਰਾ ਨਾਲ ਜੋੜਦੇ ਆ ਤੇ ਪ੍ਰਭਾਵ ਕਹਿੰਦੇ ਉਦੋਂ ਵੀ ਪਿਆ। ਪਰ ਰਾਹੁਲ ਗਾਂਧੀ ਦੀ ਇਸ ਯਾਤਰਾ ਦਾ ਲੋਕ ਸਭਾ ਦੀਆਂ ਚੋਣਾਂ ਦੇ ਉੱਪਰ ਕਿੰਨਾ ਪ੍ਰਭਾਵ ਪੈਂਦਾ ਇਹ ਆਉਂਦੇ ਦਿਨਾਂ ਨੂੰ ਪਤਾ ਲੱਗੇਗਾ। ਪਰ ਇੰਨਾ ਜ਼ਰੂਰ ਹੈ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਹੁਣ ਦੱਖਣ ਵਾਲੇ ਪਾਸਿਓਂ ਇੱਕ ਯਾਤਰਾ ਹੋਰ ਕਰਨੀ ਹੈ, ਹੋ ਸਕਦਾ 13 ਸਤੰਬਰ ਨੂੰ ਐਲਾਨ ਕਰ ਦੇਣ, ਹੋ ਸਕਦਾ ਕਿ 15 ਅਗਸਤ ਨੂੰ ਐਲਾਨ ਕਰ ਦੇਣ, ਇਹ ਵੀ ਹੋ ਸਕਦਾ ਕਿ ਵਿਚਲੀ ਕੋਈ ਤਰੀਕ ਰੱਖ ਕੇ ਇੱਕ ਨਵਾਂ ਐਲਾਨ ਕਰ ਦਿੱਤਾ ਜਾਵੇ ਤਾਂ ਕਿ ਮਜ਼ਬੂਤੀ ਹੋਰ ਹੋ ਜਾਏ ਕਾਂਗਰਸ ਦੀ। ਪਰ ਜਦੋਂ ਗੱਲ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਸਾਹਿਬ ਦੀ ਕਿ ਉਹਨਾਂ ਦੀ ਹੋ ਸਕਦਾ ਹੁਣ ਲੋਕ ਸਭਾ ਦੇ ਵਿੱਚ ਵਾਪਸ ਚੱਲ ਜਾਣ, ਮੈਂਬਰਸ਼ਿਪ ਜਿਹੜੀ ਰੱਦ ਕੀਤੀ ਸੀ ਬਹਾਲ ਹੋ ਜਾਵੇ, ਫਿਰ ਜਾ ਕੇ ਉਹ ਪ੍ਰਚਾਰ ਕਰਨਗੇ। ਅਤੇ ਇੱਥੇ ਕੁਛ ਅੱਖ ਮਟੱਕਾ ਵੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਹੋ ਜਾਂਦਾ ਸੀਗਾ, ਹੋ ਸਕਦਾ ਉੱਦਾਂ ਦਾ ਮੌਕਾ ਇੱਕ ਅੱਧਾ ਫਿਰ ਆ ਜਾਵੇ। ਪਰ ਗੱਲਾਂ ਬਹੁਤ ਪ੍ਰਭਾਵਿਤ ਕਰਨ ਵਾਲੀਆਂ ਸੀ। ਸੁਪਰੀਮ ਕੋਰਟ ਦੇ ਜਦੋਂ ਬੈਂਚ ਨੇ ਇਹ ਫੈਸਲਾ ਲਿਆ ਕਿ ਰਾਹੁਲ ਗਾਂਧੀ ਸਾਹਿਬ ਦੀ ਸਜ਼ਾ ਨੂੰ ਰੋਕ ਦਿੱਤਾ ਜਾਵੇ, ਤਾਂ ਉਸ ਵੇਲੇ ਕਈਆਂ ਨੇ ਜਿਹੜੀਆਂ ਦੂਜੀ ਰਾਜਨੀਤਿਕ ਪਾਰਟੀਆਂ ਸੀ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਫੈਸਲਾ ਗਲਤ ਹੈ ਜੀ। ਜਦੋਂ ਫੈਸਲਾ ਲਿਆ ਗਿਆ ਸੀ ਉਸ ਵੇਲੇ ਕਿਉਂ ਨਹੀਂ ਕੋਈ ਬੋਲਿਆ? ਉਸ ਲਈ ਤਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ, ਤਾੜੀਆਂ ਮਾਰੀਆਂ ਜਾ ਰਹੀਆਂ ਸੀ। ਅਸੀਂ ਕਿਸੇ ਸਿਆਸਤਦਾਨ ਦੇ ਨਾਲ ਕੋਈ ਮਤਲਬ ਨਹੀਂ ਸਾਨੂੰ, ਪਰ ਮਸਲਾ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਅੱਜ ਅਦਾਲਤ ਨੇ ਸਥਿਤੀ ਸਪਸ਼ਟ ਕਰਕੇ ਰੱਖ ਦਿੱਤੀ ਹੈ, 5 ਉਹ ਗੱਲਾਂ ਜੋ ਬਹੁਤ ਅਹਿਮ ਸੀਗੀਆਂ, 5 ਉਹ ਗੱਲਾਂ ਜਿਹੜੀਆਂ ਅਦਾਲਤ ਦੇ ਸੀਨੀਅਰ ਜੱਜਾਂ ਨੇ ਕਹੀਆਂ, ਉਹਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਰਾਹੁਲ ਗਾਂਧੀ ਸਾਹਿਬ ਨੇ ਉਸ ਵੇਲੇ ਜਿਹੜੀ ਸ਼ਬਦਾਵਲੀ ਵਰਤੀ ਸੀ ਉਹ ਗਲਤ ਹੈ, ਕਿਉਂਕਿ ਸਾਡਾ ਇਹ ਅਧਿਕਾਰ ਨਹੀਂ ਅਸੀਂ ਬਿਨਾਂ ਸੋਚੇ ਸਮਝੇ ਜਾਂ ਬਿਨਾਂ ਕੋਈ ਇੱਥੇ ਦੋਸ਼ ਸਾਬਤ ਹੋਏ ਉਹਨੂੰ ਦੋਸ਼ੀ ਕਹਿ ਦਈਏ ਜਾਂ ਸਾਰਿਆਂ ਨੂੰ ਚੋਰ ਕਹਿ ਦਈਏ। ਜਿਸ ਹਿਸਾਬ ਦੇ ਨਾਲ ਉਹ ਬਿਆਨ ਬਹੁਤ ਚਰਚਾ ਵਿੱਚ ਆਇਆ ਸੀ ਕਿ ਸਾਰੇ ਮੋਦੀ ਚੋਰ ਹੈ, ਹੁਣ ਉਹਦੇ ਵਿੱਚ ਚਾਹੇ ਨੀਰਵ ਮੋਦੀ ਦਾ ਨਾਮ ਸੀਗਾ, ਚਾਹੇ ਲਲਿਤ ਮੋਦੀ ਦਾ ਸੀ, ਹੁਣ ਹੋਰ ਵੀ ਤਾਂ ਕਈ ਸਿਆਸਤਦਾਨ ਸੀ ਜਿਨ੍ਹਾਂ ਦਾ ਨਾਮ ਹੈਗਾ। ਪਰ ਅਦਾਲਤ ਨੇ ਇਸ ਮਸਲੇ ਤੇ ਗੱਲ ਕਹੀ ਹੈ, ਹੇਠਲੀ ਅਦਾਲਤ ਨੇ, ਕਿ ਜੱਜ ਦੁਆਰਾ ਜ਼ਿਆਦਾ ਸਜ਼ਾ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ, ਜਿਸ ਕਰਕੇ ਆਖਰੀ ਫੈਸਲਾ ਆਉਣ ਤੱਕ ਦੋਸ਼ ਸਿੱਧੀ ਦੇ ਹੁਕਮ ਤੇ ਰੋਕ ਲਗਾਈ ਜਾਂਦੀ ਹੈ। ਇਹਦਾ ਮਤਲਬ ਹੈ ਕਿ ਉਹ ਪਾਰਲੀਮੈਂਟ ਵਿੱਚ ਚਲੇ ਜਾਣਗੇ। ਦੂਜੀ ਗੱਲ, ਇਹ ਸਜ਼ਾ ਸਿਰਫ ਇੱਕ ਵਿਅਕਤੀ ਨੂੰ ਨਹੀਂ, ਪੂਰੇ ਸੰਸਦੀ ਹਲਕੇ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਕਰਕੇ ਅਦਾਲਤ ਨੂੰ ਲੱਗਿਆ ਕਿ ਇਹ ਫੈਸਲਾ ਰੋਕਣਾ ਇੱਥੇ ਜ਼ਰੂਰੀ ਸੀਗਾ, ਸਜ਼ਾ ਨੂੰ ਰੋਕਣਾ ਜ਼ਰੂਰੀ ਸੀਗਾ। ਜੇਕਰ ਕੋਈ ਸੰਸਦੀ ਹਲਕਾ ਇੱਕ ਸੰਸਦ ਮੈਂਬਰ ਦੀ ਚੋਣ ਕਰਦਾ ਤਾਂ ਕੀ ਉਸ ਹਲਕੇ ਲਈ ਆਪਣੇ ਸੰਸਦੀ ਮੈਂਬਰ ਦੀ ਮੌਜੂਦਗੀ ਤੋਂ ਬਿਨਾਂ ਰਹਿਣਾ ਠੀਕ ਹੈ? ਗੱਲ ਤਾਂ ਬਿਲਕੁਲ ਠੀਕ ਹੈ। ਜੇਕਰ ਇੱਕ ਚੁਣਿਆ ਹੋਇਆ ਲੀਡਰ ਪਾਰਲੀਮੈਂਟ ਵਿੱਚ ਜਾਂਦਾ ਤੇ ਕੱਲ ਨੂੰ ਉਹਨੂੰ ਬਰਖਾਸਤ ਕਰ ਦਿੱਤਾ ਜਾਂਦਾ ਜਾਂ ਫਿਰ ਕੋਈ ਐਦਾਂ ਦਾ ਕਾਰਨ ਬਣਦਾ ਉਹ ਰੁਕ ਜਾਂਦਾ ਤੇ ਉਹ ਤੋਂ ਬਿਨਾਂ ਇਲਾਕੇ ਦੀ ਗੱਲਬਾਤ ਕੌਣ ਕਰੇਗਾ? ਉਦਾਹਰਨ ਦੇ ਤੌਰ ਤੇ ਕੱਲ ਸੁਸ਼ੀਲ ਰਿੰਕੂ ਜਦੋਂ ਪਾਰਲੀਮੈਂਟ ਦੇ ਵਿੱਚ ਸਵਾਲ ਜਵਾਬ ਕਰ ਰਹੇ ਸੀਗੇ, ਇੱਕ ਬਿੱਲ ਜਿਹੜਾ ਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਪਾੜ ਦਿੱਤਾ ਤੇ ਪੂਰੀ ਲੋਕ ਸਭਾ ਦੇ ਵਿੱਚੋਂ ਹੁਣ ਜਦੋਂ ਤੱਕ ਇਹ ਸੈਸ਼ਨ ਚੱਲਣਾ ਅੰਦਰ ਨਹੀਂ ਜਾ ਸਕਦੇ, ਤਾਂ ਫਿਰ ਜਿਹੜੇ ਮੁੱਦੇ ਲੈ ਕੇ ਜਾਣੇ ਸੀ ਉਹਨਾਂ ਤੇ ਵਿਚਾਰ ਚਰਚਾ ਕੌਣ ਕਰੇਗਾ? ਲੋਕ ਤਾਂ ਇਹ ਵੀ ਸਵਾਲ ਪੁੱਛਦੇ ਆ। ਹੇਠਲੀ ਅਦਾਲਤ ਅਤੇ ਹਾਈ ਕੋਰਟ ਦੇ ਕਾਗਜ਼ਾਂ ਦੇ ਬੰਡਲ ਤਾਂ ਕਹਿੰਦੇ ਭਰ ਦਿੱਤੇ, ਪਰ ਕਿਸੇ ਨੇ ਇਸ ਪੱਖ ਵੱਲ ਧਿਆਨ ਨਹੀਂ ਦਿੱਤਾ ਕਿ ਵੱਧ ਤੋਂ ਵੱਧ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ। ਇਹਦੇ ਬਾਰੇ ਤਾਂ ਕੋਈ ਬੋਲਿਆ ਹੀ ਨਹੀਂ। ਇੱਕ ਇਹ ਵੀ ਜਿਹੜੀ ਹੈ ਦਲੀਲ ਦਿੱਤੀ ਗਈ ਹੈ, ਇਹ ਵੀ ਧਿਆਨ ਮੰਗਦੀ ਹੈ। ਹੇਠਲੀ ਅਦਾਲਤ ਦੇ ਹੁਕਮਾਂ ਦੇ ਪ੍ਰਭਾਵ ਕਿੰਨੇ ਵਿਆਪਕ ਹੈ, ਕਿਉਂ ਕਹਿਣ ਦੀ ਇਹ ਜ਼ਰੂਰਤ ਪੈਂਦੀ ਹੈ? ਕਿਉਂਕਿ ਇਸ ਨੇ ਨਾ ਸਿਰਫ ਗਾਂਧੀ ਦੇ ਜਨਤਕ ਜੀਵਨ ਵਿੱਚ ਬਣੇ ਰਹਿਣ ਦੇ ਅਧਿਕਾਰ ਨੂੰ ਪ੍ਰਭਾਵਿਤ ਕੀਤਾ, ਸਗੋਂ ਉਹ ਵੋਟਰ ਵੀ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਚੁਣਿਆ ਸੀਗਾ। ਹੁਣ ਇਹ ਸਾਰੀਆਂ ਗੱਲਾਂ ਜੋ ਧਿਆਨ ਮੰਗਦੀਆਂ ਨੇ, ਅਦਾਲਤ ਨੇ ਆਪਣਾ ਪੱਖ ਜੋ ਸਪਸ਼ਟ ਕਰਕੇ ਰੱਖ ਦਿੱਤਾ, ਇਹਦਾ ਮਤਲਬ ਇਹੀ ਹੈ ਕਿ ਆਉਂਦੇ ਦਿਨਾਂ ਨੂੰ ਹੁਣ ਅਸਲ ਦੇ ਵਿੱਚ ਖੇਡ ਸ਼ੁਰੂ ਹੋਣੀ ਹੈ। ਅੱਜ ਦੀ ਇਸ ਕਾਂਗਰਸ ਜੋ ਇਸ ਜਿੱਤ ਨੂੰ ਦੇਖ ਰਹੀ ਹੈ, ਭਾਵੇਂ 2 ਦਿਨ ਬਾਅਦ ਫੈਸਲਾ ਕੁਛ ਵੀ ਆ ਜਾਵੇ, 10 ਦਿਨ ਬਾਅਦ ਫੈਸਲਾ ਕੋਈ ਵੱਖਰਾ ਆ ਜਾਵੇ, ਉਹਦੇ ਨਾਲ ਕੋਈ ਨਹੀਂ, ਪਰ ਅੱਜ ਦੇ ਦਿਨ ਤੱਕ ਰਾਹੁਲ ਗਾਂਧੀ ਉੱਪਰ ਵੱਲ ਉੱਠਦੇ ਦਿਖਾਈ ਦੇ ਰਹੇ ਨੇ ਤੇ ਲੋਕਤੰਤਰ ਦੇ ਅਨੁਸਾਰ ਲੋਕ ਸਭਾ ਦੀਆਂ ਚੋਣਾਂ ਵਿੱਚ ਇਹ ਚੀਜ਼ ਜ਼ਰੂਰ ਪ੍ਰਭਾਵ ਪਾਵੇਗੀ। ਰਾਹੁਲ ਗਾਂਧੀ ਹੋਰਾਂ ਨੇ ਕਾਂਗਰਸ ਦੇ ਲੀਡਰਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਮੱਲਿਕਾਰਜੁਨ ਖੜਗੇ ਸੀ, ਰਾਹੁਲ ਗਾਂਧੀ, ਹੋਰ ਵੀ ਬਹੁਤ ਸਾਰੇ ਸਿਆਸਤਦਾਨ ਉਸ ਪ੍ਰੈਸ ਕਾਨਫਰੰਸ ਵਿੱਚ ਬੈਠੇ, ਅਧੀਰ ਰੰਜਨ ਚੌਧਰੀ ਵੀ ਸੀ। ਰਾਹੁਲ ਗਾਂਧੀ ਨੇ ਸ਼ੁਰੂਆਤ ਤੋਂ ਪਹਿਲਾਂ ਮੱਲਿਕਾਰਜੁਨ ਖੜਗੇ ਨੂੰ ਕਿਹਾ ਕਿ ਤੁਸੀਂ ਕਰੋ ਜੀ ਵਿਚਾਰ ਚਰਚਾ। ਖੜਗੇ ਸਾਹਿਬ ਆਏ, ਉਹਨਾਂ ਨੇ ਕਿਹਾ ਕਿ ਸੱਚ ਦੀ ਜਿੱਤ ਹੁੰਦੀ ਹੈ, ਸੱਚ ਹਮੇਸ਼ਾ ਲੁਕਿਆ ਨਹੀਂ ਰਹਿੰਦਾ, ਝੂਠ ਦੇ ਕੋਈ ਪੈਰ ਨਹੀਂ ਹੁੰਦੇ, ਸਿਆਣੇ ਵੀ ਇਹ ਗੱਲ ਕਹਿੰਦੇ ਰਹਿੰਦੇ ਆ। ਪਰ ਰਾਹੁਲ ਗਾਂਧੀ ਹੋਰਾਂ ਜਦੋਂ ਵਾਰੀ ਆਈ ਤਾਂ ਉਹਨਾਂ ਨੇ 3 ਲਾਈਨਾਂ ਦੇ ਵਿੱਚ ਹੀ ਆਪਣੀ ਗੱਲ ਖਤਮ ਕਰਕੇ ਰੱਖ ਦਿੱਤੀ। ਜਦੋਂ ਕਿਸੇ ਦਾ ਰਿਸ਼ਤਾ ਹੋਣਾ ਹੁੰਦਾ, ਕੁੜੀ ਜਾਂ ਮੁੰਡੇ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਉੱਥੇ ਬਹੁਤੀ ਨੀਵੀਂ ਪਾ ਕੇ ਦੇਖਦੇ ਰਹੇ, ਉੱਪਰ ਨੂੰ ਨਾ ਬਹੁਤਾ ਮੂੰਹ ਚੱਕਿਓ ਤੇ ਨਾ ਹੀ ਬਹੁਤਾ ਬੋਲਣਾ ਚਾਹੀਦਾ। ਤੇ ਉਹ ਤਾਂ ਇਸ ਕਰਕੇ ਹੁੰਦਾ ਹੈ ਕਿ ਪਰਿਵਾਰ ਦਾ ਪਤਾ ਲੱਗ ਜੇ ਕਿ ਬੜੇ ਸ਼ਾਂਤ ਸੁਭਾਅ ਦੇ ਨੇ, ਗੱਲਾਂ ਬਾਤਾਂ ਬਹੁਤੀਆਂ ਕਰਦੇ ਨਹੀਂ, ਸਿਆਣੇ ਨੇ। ਪਰ ਰਾਹੁਲ ਗਾਂਧੀ ਹੋਰਾਂ ਨੇ, ਚਲੋ ਵਿਆਹ ਦੀਆਂ ਗੱਲਾਂ ਤਾਂ ਉਹਨਾਂ ਦੀਆਂ ਵੀ ਚੱਲਦੀਆਂ ਨੇ, ਬਿਹਾਰ ਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਉੱਥੇ ਵੀ ਕਹਿ ਦਿੱਤਾ ਜਾਂਦਾ ਹੈ ਕਿ ਕੁੜੀ ਲੱਭੋ। ਬਾਅਦ ਦੇ ਵਿੱਚ ਵੀ ਕਿਸਾਨ ਬੀਬੀਆਂ ਮਿਲਣ ਆਉਂਦੀਆਂ ਨੇ ਬੀਬੀ ਸੋਨੀਆ ਗਾਂਧੀ ਨੂੰ ਤੇ ਉਹ ਵੀ ਕਹਿ ਦਿੰਦੇ ਆ ਕਿ ਰਾਹੁਲ ਗਾਂਧੀ ਲਈ ਕੁੜੀ ਲੱਭੋ। ਚਲੋ ਰਾਹੁਲ ਗਾਂਧੀ ਦਾ ਆਪਣਾ ਮਸਲਾ, ਵਿਆਹ ਕਰਾਉਣਾ ਜਾਂ ਨਹੀਂ ਸਾਨੂੰ ਇਹਨਾਂ ਕੀ ਆ ਉਹ ਆਪ ਦੇਖਣਗੇ। ਸਿਆਸਤਦਾਨ ਸਿਆਸਤ ਕਰ ਰਹੇ ਨੇ ਅਜੇ। ਉਹਨਾਂ ਨੇ ਸਿਰਫ 3 ਗੱਲਾਂ ਦੇ ਵਿੱਚ ਗੱਲ ਮੁਕਾਤੀ। ਸੱਚਾਈ ਕੀ ਹੁੰਦੀ ਹੈ ਮੈਨੂੰ ਪਤਾ, ਸੱਚ ਦੀ ਜਿੱਤ ਹੋ ਗਈ ਹੈ। ਆਖਰ ਵਿੱਚ ਕਹਿੰਦੇ ਮੈਂ ਕੀ ਕਰਨਾ ਮੈਨੂੰ ਸਭ ਪਤਾ। ਇਹ ਕਹਿ ਕੇ ਉਹਨਾਂ ਨੇ ਹੱਥ ਖੜੇ ਕਰ ਦਿੱਤੇ, ਨਮਸਤੇ ਬੁਲਾਈ ਤੇ ਚਲੇ ਗਏ। ਇੱਥੋਂ ਪਤਾ ਲੱਗਦਾ ਕਿ ਰਾਹੁਲ ਗਾਂਧੀ ਅੱਜ ਕੁਝ ਬੋਲਣਾ ਨਹੀਂ ਚਾਹੁੰਦੇ, ਪਰ ਆਉਂਦੇ ਦਿਨਾਂ ਨੂੰ ਪੈਗਾਸਸ ਦਾ ਮਾਮਲਾ ਹੋਵੇ, ਦੇਸ਼ ਦੀ ਕੌਮੀ ਸੁਰੱਖਿਆ ਦਾ ਮਾਮਲਾ ਹੋਵੇ, ਰਾਫੇਲ ਜਹਾਜ਼ਾਂ ਦਾ ਮੁੱਦਾ ਹੋਵੇ, ਇਹ ਇੱਕ ਵਾਰ ਫਿਰ ਤੋਂ ਮੁੱਦੇ ਦੁਆਰਾ ਉੱਠਣਗੇ। ਰਾਹੁਲ ਗਾਂਧੀ ਇਹਨਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦਾ ਯਤਨ ਵੀ ਕਰਨਗੇ। ਪਰ ਜਦੋਂ ਇਹ ਸਾਰਾ ਕੁਝ ਹੁੰਦਾ ਤਾਂ ਇੱਥੇ ਵੱਖ-ਵੱਖ ਸਿਆਸਤਦਾਨਾਂ ਦੇ ਪ੍ਰਤੀਕਿਰਿਆ ਹੁੰਦੀ ਹੈ। ਪੰਜਾਬ ਵਾਲੇ ਪਾਸੇ ਵੀ ਸੁਭਾਵਕ ਸੀ ਆਉਣੀ ਹੈ, ਕਿਉਂਕਿ ਉਹਨਾਂ ਨੂੰ ਚਾਹੁਣ ਵਾਲੇ ਪੰਜਾਬ ਦੇ ਵਿੱਚ ਵੀ ਬਹੁਤ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਹੋਰ ਵੀ ਕਈ ਨੇ, ਪ੍ਰਤਾਪ ਸਿੰਘ ਬਾਜਵਾ ਦੇ ਵੀ ਅਸੀਂ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ। ਪਰ ਸਭ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੁਣਦੇ ਹਾਂ, ਜਿਨ੍ਹਾਂ ਨੇ ਪੂਰੇ ਜੋਸ਼ ਤੇ ਹੋਸ਼ ਦੇ ਵਿੱਚ ਗੱਲ ਕਰਦੇ ਹੋਏ ਕੈਪਟਨ ਬਾਰੇ ਆਪਣੇ ਕੀ ਕਿਹਾ। ਕੈਪਟਨ ਇਸ ਕਰਕੇ ਕਹਿੰਦੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਵੀ ਕੈਪਟਨ ਇਹੀ ਸੀਗੇ, ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਕਿਹਾ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਨਾਲ, ਆਓ ਦੇਖਦੇ ਹਾਂ। ਅੱਜ ਦੀਆਂ
ਸਾਡੀ ਸੁਪਰੀਮ ਕੋਰਟ ਦਾ ਮਾਨਯੋਗ ਅਦਾਲਤ ਦਾ, ਜਿੱਥੇ ਸਾਨੂੰ ਬਹੁਤ ਆਸਾਂ ਸਨ ਕਿ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਨੇਕੀ ਦੀ ਤੇ ਸੱਚਾਈ ਦੀ ਤੇ ਸੱਚ ਦੀ ਜਿੱਤ ਹੋਏਗੀ। ਉਹ ਅੱਜ ਵੱਡਾ ਫੈਸਲਾ ਅੱਜ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਅੱਜ ਕੀਤਾ। ਰਾਹੁਲ ਗਾਂਧੀ ਦੀ ਜਿਸ ਪ੍ਰਕਾਰ ਡਿਸਕੁਆਲੀਫਿਕੇਸ਼ਨ ਤੇ ਅੱਜ ਰੋਕ ਲਾ ਦਿੱਤੀ ਗਈ ਹੈ ਔਰ ਉਹਨਾਂ ਨੂੰ ਦੁਬਾਰੇ ਉਹਨਾਂ ਦੀ ਸਦਸਤਾ यानी कि मैंबर ऑफ पार्लियामेंट के बतौर ते दोबारे अज मानयोग सुप्रीम कोर्ट ने उन्होंने दोबारे बहाल कर दिता है। आज समुचा देश आज समुचा देश ये बहुत निर्णायक फैसला है। अज मानयोग सुप्रीम कोर्ट के इस फैसले के वल तक रहा सी, क्योंकि इस देश को प्यार करने वाले लोग और इस देश के लोकतंत्र नूं प्यार करने वाले लोग और बाबा साहब के संविधान नूं च विश्वास रखने वाले लोग अज दे इस फैसले का इंतजार कर रहे सन। अज सच्चाई नूं बूर पिया और मैं कहां जिवें असीं कहने हुंदे आ कि नेकी ते अज नेकी दी जित हुई है। सो इस करके मैं अज समूचे देश के लोगों नूं जिहड़े लोकतंत्र ते संविधान नूं प्यार करते हैं, ना केवल राहुल गांधी ते कांग्रेस नूं प्यार करते हैं, जिहड़े लोकतंत्र च विश्वास रखते हैं, मैं उन्हां नूं बधाई देनी चाहुंदा है। क्योंकि अगर किते ना किते कोई फैसला उल्ट आ जांदा, जिस प्रकार मानयोग छोटियां अदालतां दे फैसले आए सन कि पहली बारी मानहानि दे मुकदमे देश के किसी व्यक्ति नूं 75 साल बाद आजादी तो बाद 2 साल की सजा ते उन्होंने आपकी सदस्यता गवाउणी पई होवे, पहला फैसला सी। और हेठलियां मानयोग अदालतां तो यह फैसला हार गए। असी लोग किते ना किते मन दे विच सवाल सी कि ये देश का की बनेगा, इस देश के लोकतंत्र का की होएगा और बाबा साहब के संविधान का की होएगा। लेकिन अज मेरे मन दे विच भी एक आस बनी है। अज जिहड़ा भारत नूं प्यार करने वाला नागरिक है, इंडिया नूं प्यार करने वाला वो व्यक्ति है, ओरे मन दे विच किसे ना किते आस बनी है इस फैसले तो बाद कि हजे देश के अंदर इंसानियत जिंदा है। बेशक घट गया कम, लेकिन किते ना किते इंसानियत जिंदा है ते सच ते पहरा देने वाले लोग हजे इस देश के अंदर बरकरार ने। और ये विरोधी धिर दे अगर मैं उन्होंने निंदा करा तो मेरे को कोई शब्द नहीं है। जिस प्रकार उन्होंने राहुल गांधी नूं रोकने की कोशिश की गई और जिस प्रकार साजिश के तहत किस प्रकार षड्यंत्र, मैं इनू षड्यंत्र कहांगा, षड्यंत्र रचिया गया कि किदां राहुल गांधी ने कर्नाटका च दिते भाषण ते गुजरात के अंदर मुकदमा दर्ज कराया और किस प्रकार इस केस के मुकदमे तो बाद रोक लगाई गई ते फिर किस प्रकार देश के प्रधानमंत्री तो जो देश राहुल गांधी ने देश की लोकसभा सवाल पूछया तो फिर किस तरह ये मुकदमे की दोबारे शुरुआत हुई और किस तरह जज साहब ने फैसला सुनाया और फिर किस तरह परमिशन हुई, उन्होंने प्रमोशन हुई और फिर किस तरह उन्होंने प्रमोशन ते रोक लगी। ये अपने आप दे विच एक कहानी है। मैं इहदे च बहुता लम्मा चौड़ा नहीं जाना चाहता। मैं ही कहना चाहांगा कि जिहड़े विरोधी धिर दे ये लोग सन, इन्हां दे मनसूबिਆਂ ते पानी फिर गया, क्योंकि राहुल गांधी की लोकप्रियता और सच्चाई
ਨੇ ਅੱਜ ਇਹ ਸਾਬਤ ਕਰਤਾ। ਔਰ ਇੱਕ ਹੋਰ ਜਿੰਦਾ ਜਾਗਦਾ ਸਬੂਤ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਮੈਂ ਮਾਫੀ ਨਹੀਂ ਮੰਗਾਂਗਾ। ਇਸ ਤਰ੍ਹਾਂ ਦੀ ਉਦਾਹਰਣ ਕਦੇ ਭਗਤ ਸਿੰਘ ਹੋਰਾਂ ਨੇ ਦਿੱਤੀ ਸੀ। ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ ਰਾਹੁਲ ਗਾਂਧੀ ਜੀ ਨੇ, ਕਿਉਂਕਿ ਅਸੀਂ ਭਗਤ ਸਿੰਘ ਦੇ ਤਾਂ ਪੈਰਾਂ ਦੀ ਧੂੜ ਵੀ ਨਹੀਂ ਆ, ਤੇ ਜਦੋਂ ਫਾਂਸੀ ਦੇ ਫੰਦੇ ਤੇ ਭਗਤ ਸਿੰਘ ਚੜ੍ਹਨ ਲੱਗੇ ਸਨ ਤਾਂ ਉਹਨਾਂ ਨੂੰ ਕਿਹਾ ਸੀ, ਬਈ ਤੁਸੀਂ ਆਪਦੀ ਗਲਤੀ ਕਬੂਲ ਕਰ ਲਓ, ਅਸੀਂ ਤੁਹਾਡੀ ਸਜ਼ਾ ਮਾਫ ਕਰ ਦਿਆਂਗੇ। ਅੱਜ ਉਹੀ ਦਿਨ ਕਿਤੇ ਚੇਤੇ ਆਉਂਦਾ ਹੈ, ਕਿਤੇ ਚੇਤੇ ਆ ਰਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਨਹੀਂ, ਮੈਂ ਘਰ ਵੀ ਛੱਡਾਂਗਾ, ਮੈਂ ਐਮਪੀ ਤੋਂ ਬਿਨਾਂ ਸਧਾਰਨ ਵਿਅਕਤੀ ਬਣ ਕੇ ਵੀ ਰਵਾਂਗਾ, ਔਰ ਮੈਂ ਕਿਸੇ ਪ੍ਰਕਾਰ ਦਾ ਕੋਈ ਹਰਜਾਨਾ ਚੱਲਣ ਲਈ ਤਿਆਰ ਹੈ, 2 ਸਾਲ ਸਜ਼ਾ ਚੱਲਣ ਲਈ ਤਿਆਰ ਹੈ ਗਾਂਧੀ ਪਰਿਵਾਰ ਦਾ ਉਸ ਪੂਤ, ਲੇਕਿਨ ਮੈਂ ਸੱਚਾਈ ਤੇ ਕਹੇ ਹੋਏ ਸ਼ਬਦਾਂ ਦੀ ਮਾਫੀ ਨਹੀਂ ਮੰਗਾਂਗਾ। ਸੋ ਰਾਹੁਲ ਗਾਂਧੀ ਹੋਰਾਂ ਨੂੰ ਰਾਹੁਲ ਗਾਂਧੀ ਹੋਰਾਂ ਦੀ ਜੋ ਗੱਲਬਾਤ ਚੱਲਦੀ ਹੈ ਉਹਦੇ ਬਾਰੇ ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ਼ਬਦਾਂ ਨੂੰ ਦੇਖੀਏ ਤਾਂ ਲੱਗਦਾ ਪਿਆ ਕਿ ਉਹ ਚਾਹੁੰਦੇ ਨੇ ਕਿ ਅੱਗੇ ਵੱਲ ਵਧਿਆ ਜਾਵੇ। ਉਹ ਚਾਹੁੰਦੇ ਨੇ ਕਿ ਰਾਹੁਲ ਗਾਂਧੀ ਅੱਗੇ ਹੋ ਕੇ ਜਿੱਦਾਂ ਪਹਿਲਾਂ ਲੜਦੇ ਸੀ ਉਸੇ ਤਰ੍ਹਾਂ ਲੜਨ, ਤੇ ਜਿਹੜੇ ਵੱਖ-ਵੱਖ ਰੰਗ ਦਿਖਾਈ ਦੇ ਰਹੇ ਚਿਹਰਿਆਂ ਦੇ, ਇਹ ਖੁਸ਼ੀ ਹੈ, ਇੱਕ ਹਿਸਾਬ ਦੀ ਹੋਲੀ ਮਨਾਈ ਗਈ ਹੈ। ਸੋ ਚਲੋ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਹੈ। ਪਰ ਜਿਸ ਹਿਸਾਬ ਦੇ ਨਾਲ ਇਹ ਸਿਆਸਤਦਾਨ ਇੱਥੇ ਹੁਣ ਕਹਿੰਦੇ ਪਏ ਕਿ ਸੱਚ ਦੀ ਜਿੱਤ ਹੋਈ ਹੈ, ਤੇ ਸਭ ਤੋਂ ਵੱਡਾ ਸਵਾਲ ਹੈ ਜਿੱਤ ਅਸਲ ਵਿੱਚ ਉਦੋਂ ਹੋਣੀ ਹੈ ਜਦੋਂ 2024 ਲਈ ਰਾਹੁਲ ਗਾਂਧੀ ਹੋਰਾਂ ਨੂੰ ਚੋਣਾਂ ਲੜ ਦਿੱਤੀਆਂ ਜਾਣਗੀਆਂ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇੱਥੇ ਇਹੀ ਹੈ ਕਿ ਉਹ ਚੋਣਾਂ ਲੜ ਸਕਣਗੇ ਜੇਕਰ ਅੱਜ ਸੰਵਿਧਾਨ ਦੇ ਅਨੁਸਾਰ ਜੱਜਾਂ ਨੇ 3 ਜੱਜ ਸਾਹਿਬਾਨ ਸੀ, ਉਹਨਾਂ ਦਾ ਫੈਸਲਾ ਅਲੱਗ ਸੀਗਾ, ਹੁਣ ਉਹਨਾਂ ਦੀ ਇੱਕ ਹਿਸਾਬ ਦੀ ਪ੍ਰਵਾਨਗੀ ਤੋਂ ਬਾਅਦ ਹੀ ਇਹ ਫੈਸਲਾ ਸਾਹਮਣੇ ਆਇਆ। ਤੇ ਜੇਕਰ ਕੱਲ੍ਹ ਨੂੰ ਕਿਸੇ ਦਾ ਇਤਰਾਜ਼ ਹੋਇਆ, ਫਿਰ ਜੇਕਰ 2 ਸਾਲ ਦੀ ਸਜ਼ਾ ਉਹਨਾਂ ਦੀ ਪਈ ਆ ਜੇ, ਕਿਉਂਕਿ 3 ਸਾਲ ਦੀ ਸਜ਼ਾ ਸੀ, ਤੇ ਜੇਕਰ ਉਹ ਦੋਸ਼ੀ ਪਾਏ ਜਾਂਦੇ ਨੇ ਤਾਂ ਕੀ ਫਿਰ ਉਹ ਚੋਣ ਨਹੀਂ ਲੜ ਸਕਣਗੇ? ਇਹ ਬਹੁਤ ਸਾਰੇ ਸਵਾਲ ਨੇ। ਇਸ ਮਸਲੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਅਸੀਂ ਉਹ ਵੀ ਸੁਣਦੇ ਹਾਂ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਪ੍ਰਤੀਕਿਰਿਆ ਆਪਣੀ ਦਿੱਤੀ ਹੈ। ऑनरेबल सुप्रीम कोर्ट ने राहुल गांधी जी ते ਜਿਹੜਾ ਗੁਜਰਾਤ ਦੇ ਵਿੱਚ ਫੈਸਲਾ ਸੁਣਾਇਆ ਗਿਆ ਸੀ, ਜਿਹਦੇ ਵਿੱਚ ਉਹਨਾਂ ਨੂੰ ਇੱਕ ਡੈਫੇਮੇਸ਼ਨ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਗਈ ਸੀ, ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਰਲੀਮੈਂਟ ਚੋਂ ਡਿਸਮੈਂਬਰ ਕਰ ਦਿੱਤਾ ਗਿਆ। ਅੱਜ ਬਹੁਤ ਵੱਡੀ ਰਾਹਤ ਆਈ ਹੈ। ऑनरेबल ਸੁਪਰੀਮ ਕੋਰਟ ਨੇ ਇੰਟਰਵੀਨ ਕਰਕੇ ਉਹ ਸਾਰੀ ਪ੍ਰਕਿਰਿਆ ਜਿਹੜੀ ਉਹਦੇ ਤੇ ਰੋਕ ਲਗਾ ਦਿੱਤੀ ਹੈ। ਮੈਂ ਸਮਝਦਾ ਕਿ ਹਿੰਦੁਸਤਾਨ ਦੀ ਡੈਮੋਕ੍ਰੈਟਿਕ ਤੇ ਸੈਕੂਲਰ ਫੋਰਸਸ ਦੀ ਬਹੁਤ ਵੱਡੀ ਜਿੱਤ ਹੋਈ, ਤੇ ਮੈਨੂੰ ਪੂਰਨ ਆਸ ਹੈ ਕਿ ਸੰਜੀਵਨੀ ਵਰਗਾ ਇਹ ਇੰਡੀਆ ਅਲਾਈਅੰਸ ਵਾਸਤੇ ਕੰਮ ਆਏਗੀ। ਹਿਸਟੋਰੀਕਲੀ ਹਮੇਸ਼ਾ ਇਸ ਕਿਸਮ ਦੀ ਸ਼ੁਰੂਆਤ ਹੁੰਦੀ ਹੈ ਇਨਸੀਡੈਂਟਸ ਦੀ, ਤੇ ਹੌਲੀ ਹੌਲੀ ਉਹ ਫਿਰ ਤਾਕਤ ਪਕੜਦੇ ਜਾਂਦੇ ਨੇ, ਫੜਦੇ ਜਾਂਦੇ ਨੇ। ਮੈਨੂੰ ਆਸ ਹੈ ਕਿ ਪਹਿਲੀ ਜਿਹੜੀ ਬੁਨਿਆਦ ਹੈ ਉਹ ਰੱਖੀ ਗਈ ਹੈ 2024 ਦੇ ਵਿੱਚ ਇੰਡੀਆ ਲੈਡ ਅਲਾਈਅੰਸ ਦੀ ਗਵਰਨਮੈਂਟ ਬਣਾਉਣ ਦੀ। ਇਹ ਇੱਕ ਬਹੁਤ ਵੱਡੀ ਇੱਕ ਰਾਹਤ ਦੀ ਕੜੀ ਹੈ ਸਾਰੇ ਹਿੰਦੁਸਤਾਨੀਆਂ ਵਾਸਤੇ, ਤੇ ਬਾਹਰ ਵੀ ਬੈਠੇ ਹੋਏ ਬਹੁਤ ਸਾਰੇ ਹਿੰਦੁਸਤਾਨੀ ਵੀਰ ਜਿਹੜੇ ਹਿੰਦੁਸਤਾਨ ਦੇ ਡੈਮੋਕ੍ਰੈਟਿਕ ਤੇ ਸੈਕੂਲਰ ਕ੍ਰੈਡੈਂਸ਼ੀਅਲਸ ਦੀ ਕਦਰ ਕਰਦੇ ਨੇ, ਕਿਉਂਕਿ ਸਾਡਾ ਮੰਨਣਾ ਹੈ ਇਹ ਦੇਸ਼ ਇੱਕ ਪਿਆਰ ਦਾ ਸੰਦੇਸ਼ ਦਿੰਦਾ ਹੈ। ਇਹ ਦੇਸ਼ ਦੀ ਪਹਿਚਾਨ ਮਹਾਤਮਾ ਬੁੱਧ ਨਾਲ, ਇਸ ਦੇਸ਼ ਦੀ ਪਹਿਚਾਨ ਗੁਰੂ ਨਾਨਕ ਨਾਲ, ਇਸ ਦੇਸ਼ ਦੀ ਪਹਿਚਾਨ ਸਵਾਮੀ ਵਿਵੇਕਾਨੰਦ ਜੀ ਨਾਲ, ਇਸ ਦੇਸ਼ ਦੀ ਪਹਿਚਾਨ ਮਹਾਤਮਾ ਗਾਂਧੀ ਨਾਲ, ਇਸ ਦੇਸ਼ ਦੀ ਜਿਹੜੀ ਪਹਿਚਾਨ ਹੈ ਉਹ ਰਵਿੰਦਰਨਾਥ ਟੈਗੋਰ ਜੀ ਨਾਲ ਹੈ। ਇਸ ਦੇਸ਼ ਦੀ ਪਹਿਚਾਨ ਆਪਸ ਮਤਭੇਦ ਦੇ ਨਾਲ, ਆਪਸ ਦੇ ਵਿੱਚ ਭਰਾ ਨਾ ਭਰਾ ਲੜਾਉਣ ਦੀ ਨਹੀਂ, ਸਿਰ ਜੋੜਨ ਦੀ ਹੈ। ਤੋ ਇਸ ਗੱਲ ਕਾਰਨ ਇਹ ਬਹੁਤ ਵੱਡੀ ਰਾਹਤ ਹੈ। ਮੈਂ ਸਾਰੇ ਦੇਸ਼ ਦੇ ਵਿੱਚ ਆਪਣੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਾਡਰਸ ਨੂੰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਲੀਡਰਸ ਨੂੰ, ਸਾਰੇ ਹੀ ਸਾਡੇ ਸਾਥੀ ਜਿੰਨੀਆਂ ਪੋਲੀਟੀਕਲ ਜਮਾਤਾਂ ਨੇ ਇਸ ਟਾਈਮ ਇੰਡੀਆ ਅਲਾਈਅੰਸ ਦਾ ਹਿੱਸਾ ਨੇ, ਉਹਨਾਂ ਨੂੰ, ਤੇ ਕਰੋੜਾਂ ਦੀ ਜਿਹੜੇ ਬਾਹਰ ਬੈਠੇ ਹੋਏ ਹਿੰਦੁਸਤਾਨੀ ਜਿਹੜੇ ਬੇਸਬਰੀ ਨਾਲ ਵੋਟ ਪਾ ਕੇ ਇਸ ਅਲਾਈਅੰਸ ਨੂੰ ਜਿਤਾਉਣਾ ਚਾਹੁੰਦੇ, ਉਹਨਾਂ ਸਾਰਿਆਂ ਦੇ ਲਈ ਮੁਬਾਰਕਬਾਦ ਪੇਸ਼ ਕਰਾਂਗਾ। ਬਹੁਤ ਬਹੁਤ ਸ਼ੁਕਰੀਆ। ਪ੍ਰਤਾਪ ਸਿੰਘ ਬਾਜਵਾ ਨੂੰ ਵੀ ਤੁਸੀਂ ਸੁਣਿਆ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਸੁਣਿਆ। ਵੈਸੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਹੁਣ ਹਾਲਾਤ ਤੇ ਗੱਲਾਂ ਕਿੱਧਰ ਨੂੰ ਜਾਂਦੀਆਂ ਨੇ। ਅਦਾਲਤ ਨੇ ਜੋ ਫੈਸਲਾ ਸੁਣਾ ਸੀ ਉਹ ਸੁਣਾ ਦਿੱਤਾ। ਅੱਗੇ ਵਧਦੇ ਹਾਂ, ਗੱਲ ਕਰਨੀ ਆ ਬੀਬਾ ਹਰਸਿਮਰਤ ਕੌਰ ਬਾਦਲ ਹੋਰਾਂ ਦੀ।
ਕਿਉਂਕਿ ਜਿਸ ਹਿਸਾਬ ਦੇ ਨਾਲ ਇਸ ਵੇਲੇ ਸਿਆਸਤ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਚੱਲਦੀ ਪਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਸਮਝੌਤਾ ਹੋ ਸਕਦਾ ਹੈ। ਪਹਿਲਾਂ ਇਹ ਗੱਲ ਉੱਠੀ, ਬਹੁਤ ਜ਼ੋਰਾਂ ਸ਼ੋਰਾਂ ਨਾਲ ਉੱਠੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੋਂ ਜਦੋਂ ਰੁਖਸਤ ਹੋ ਜਾਂਦੇ ਨੇ ਤਾਂ ਉਸ ਵੇਲੇ ਇਹ ਚਰਚਾ ਹੋਰ ਜ਼ਿਆਦਾ ਹੋਣ ਲੱਗ ਪਈ। ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਉੱਚ ਕਈ ਸਿਆਸਤਦਾਨ ਸਤਿਕਾਰ ਦੇ ਤੌਰ ਤੇ ਪਹੁੰਚੇ, ਪਰ ਜਦੋਂ ਗੱਠਜੋੜ ਦੀਆਂ ਖਬਰਾਂ ਚੱਲਣ ਲੱਗ ਪਈਆਂ ਉਸ ਦਿਨ ਵੀ ਇੱਕ ਗੱਲ ਕੀਤੀ ਸੀ ਕਿ ਅਜੇ ਨਾ ਕੀਤੀ ਜਾਵੇ ਤਾਂ ਚੰਗਾ ਹੈ। ਵੈਸੇ ਸਿਆਸਤ ਹੈ, ਕੁਛ ਨਹੀਂ ਪਤਾ ਕਦੋਂ ਕਿੱਥੇ ਕੀ ਹੋ ਜਾਣਾ। ਉਸ ਤੋਂ ਬਾਅਦ ਫਿਰ ਗੱਲਾਂ ਚੱਲੀਆਂ ਅੰਦਰ ਖਾਤੇ ਸਮਝੌਤਾ ਹੋ ਸਕਦਾ ਜੀ, ਸਮਝੌਤਾ ਹੋ ਸਕਦਾ ਜੀ, ਸਮਝੌਤਾ ਹੋ ਸਕਦਾ। ਪਰ ਵਿਜੇ ਰੂਪਾਨੀ ਹੋਰਾਂ ਨੇ ਸਥਿਤੀ ਐਨ ਸਪਸ਼ਟ ਕਰਕੇ ਰੱਖ ਦਿੱਤੀ, ਕਹਿੰਦੇ ਕੋਈ ਸਮਝੌਤੇ ਦੀ ਸੰਭਾਵਨਾ ਨਹੀਂ, ਅਸੀਂ ਨਹੀਂ ਨਾਲ ਲੈ ਕੇ ਚੱਲਣਾ, ਅਸੀਂ ਇਕੱਲੇ ਹੀ ਚੋਣਾਂ ਲੜਾਂਗੇ। ਇਹੀ ਗੱਲਾਂ ਜਦੋਂ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਹੁੰਦੇ ਸੀ ਉਹਨਾਂ ਨੇ ਵੀ ਇਹੀ ਗੱਲ ਕੀਤੀ। ਜਿਸ ਦਿਨ ਸੁਨੀਲ ਜਾਖੜ ਪ੍ਰਧਾਨ ਬਣਦੇ ਨੇ ਉਸ ਦਿਨ ਤੋਂ ਵੀ ਇਹੀ ਚਰਚਾ ਚੱਲਦੀ ਰਹੀ। ਪਰ ਹੁਣ ਕੀ ਵਾਕਈ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋ ਸਕਦਾ? ਕੀ ਸਮਝੌਤਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ? ਇਹਨਾਂ ਸਾਰੀਆਂ ਗੱਲਾਂ ਨੂੰ ਅਜੇ ਤੱਕ ਤਾਂ ਕਹਿੰਦੇ ਆ ਕਿ ਵਿਰਾਮ ਲੱਗਿਆ ਹੋਇਆ ਹੈ, ਪਰ ਆਉਂਦੇ ਦਿਨਾਂ ਨੂੰ ਕੀ ਹੋਣਾ ਪਤਾ ਨਹੀਂ। ਪਰ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੱਲ ਜਿਹੜੀਆਂ ਗੱਲਾਂ ਭਾਸ਼ਣ ਦੇ ਦੌਰਾਨ ਕੀਤੀਆਂ, ਅੰਦਰ ਖਾਤੇ ਕੋਈ ਕਹਿੰਦਾ ਇਹ ਤਾਂ ਇੱਕ ਹਿਸਾਬ ਦਾ ਸੰਕੇਤ ਹੈ, ਇਹ ਤਾਂ ਉੱਪਰਲੇ ਪਾਸੇ ਮਿਲ ਕੇ ਕੀਤੇ ਜਾਣ ਵਾਲੀ ਗੱਲ ਹੈ। ਇਹ ਤਾਂ ਦੇਖੋ ਜੀ ਤੁਸੀਂ ਗੱਲਾਂ ਚੋਂ ਕਹਿੰਦੇ ਝਲਕਾਰਾ ਪੈਂਦਾ ਕਿ ਗੱਠਜੋੜ ਵਾਲੀ ਗੱਲ ਹੀ ਹੈ, ਪਰ ਅਸੀਂ ਇਹ ਗੱਲ ਨਹੀਂ ਕਹਿੰਦੇ। ਹਰ ਇੱਕ ਬੰਦਾ ਉਹਦਾ ਆਪਣਾ ਲਹਿਜ਼ਾ ਬੋਲਣ ਦਾ, ਹਰ ਇੱਕ ਬੰਦੇ ਦੇ ਆਪਣੇ ਅਧਿਕਾਰ ਹੈ, ਹਰ ਇੱਕ ਬੰਦੇ ਨੇ ਆਪਣੇ ਤਰੀਕੇ ਨਾਲ ਗੱਲ ਰੱਖਣੀ ਆ। ਹੁਣ ਪਾਰਲੀਮੈਂਟ ਵਿੱਚ ਸੰਬੋਧਨ ਕਰਦਿਆਂ ਪਹਿਲੀ ਵਾਰ ਨਹੀਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੰਨੇ ਖੁੱਲ੍ਹ ਕੇ ਬੋਲੇ। ਹੁਣ ਮਿੰਟ 2 ਤੋਂ ਬਾਅਦ ਉਹਨੇ ਐਨਕਾਂ ਲਾ ਕੇ ਰੱਖ ਦਿੱਤੀਆਂ ਤੇ ਫਿਰ ਜਿਸ ਹਿਸਾਬ ਦੇ ਨਾਲ ਹੱਥ ਤੇ ਹੱਥ ਧਰ ਕੇ ਉਹਨਾਂ ਨੇ ਗੱਲਾਂ ਕੀਤੀਆਂ, ਇੱਕ ਇੱਕ ਗੱਲ ਵੀ ਪੁੱਛੀ ਹੈ। ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਕਟਹਿਰੇ 'ਚ ਖੜਾ ਕੀਤਾ, ਪੰਜਾਬ ਸਰਕਾਰ ਨੂੰ ਲੈ ਕੇ ਵੀ ਸਵਾਲ ਪੁੱਛੇ ਹੈ ਕਿ ਜਵਾਬ ਤਾਂ ਆਖਿਰ ਦਿੱਤੇ ਜਾਣ। ਹੁਣ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਦੋਂ ਦਿੱਲੀ ਨੈਸ਼ਨਲ ਕੈਪੀਟਲ ਟੈਰੀਟਰੀ ਬਿੱਲ ਜਿਹੜਾ ਸੋਧ ਬਿੱਲ ਹੈ, ਗਵਰਨਰ ਸੋਧ ਬਿੱਲ 2023 ਜੋ ਪੇਸ਼ ਕੀਤਾ ਗਿਆ, ਜਿਹਨੂੰ ਪਾਸ ਕੀਤਾ ਗਿਆ, ਉਸ ਮਸਲੇ ਦੇ ਦੌਰਾਨ ਵੀ ਉਹਨਾਂ ਨੇ ਇੱਕ ਇਹ ਗੱਲ ਜਿਹੜੀ ਕੀਤੀ ਹੈ ਕਿ ਰੌਲਾ ਕਿਸ ਚੀਜ਼ ਦਾ ਪਾਇਆ ਜਾ ਰਿਹਾ। ਦਿੱਲੀ ਦੇ ਵਿੱਚ ਤੁਸੀਂ ਕਹਿੰਦੇ ਅਧਿਕਾਰ ਖੋਲੇ ਗਏ ਆ, ਤੁਸੀਂ ਕਹਿੰਦੇ ਪਏ ਆ ਕਿ ਤਾਕਤ ਖੋਲੀ ਗਈ ਹੈ, ਗਵਰਨਰ ਦੇ ਕੋਲ ਸਾਰਾ ਕੁਝ ਜਾ ਰਿਹਾ, ਦਿੱਲੀ ਵਿੱਚ ਉਪ ਗਵਰਨਰ ਦੇ ਕੋਲ ਸਾਰਾ ਕੁਝ ਜਾ ਰਿਹਾ। ਪੰਜਾਬ 'ਚ ਕਹਿੰਦੇ ਕੀ ਹੁੰਦਾ ਪਿਆ? ਪੰਜਾਬ ਦੇ ਵਿੱਚ ਜਦੋਂ ਕੋਈ ਡੀਜੀਪੀ ਚੁਣਨਾ ਤੇ ਕੌਣ ਲਗਾਉਂਦਾ? ਕਹਿੰਦੇ ਪੰਜਾਬ ਦੇ ਵਿੱਚ ਜਦੋਂ ਕੋਈ ਮੁੱਖ ਸਕੱਤਰ ਲਗਾਉਣਾ ਤੇ ਦਿੱਲੀ ਵਾਲੇ ਪਾਸੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪੁੱਛਿਆ ਜਾਂਦਾ। ਜਦੋਂ ਪੰਜਾਬ ਦੇ ਵਿੱਚ ਭਾਵੇਂ ਚੀਫ ਸੈਕਟਰੀ ਕਿਉਂ ਨਾ ਲਗਾਉਣਾ ਹੋਵੇ ਉਸ ਵੇਲੇ ਵੀ ਦਿੱਲੀ ਵਾਲੇ ਪਾਸਿਓਂ ਪੁੱਛਿਆ ਜਾਂਦਾ। ਹੁਣ ਚਲੋ ਮੁੱਖ ਸਕੱਤਰ ਚੀਫ ਸੈਕਟਰੀ ਜੇਕਰ ਲਗਾਉਣੇ ਆ ਇੱਕੋ ਹੀ ਗੱਲ ਹੈ, ਪਰ ਮਸਲਾ ਇਹ ਹੈ ਕਿ ਜੇਕਰ ਉੱਪਰਲੇ ਪਾਸਿਓਂ ਪੁੱਛਣਾ ਹੁੰਦਾ ਤੇ ਫਿਰ ਦਿੱਲੀ ਵਿੱਚ ਰੌਲਾ ਕਿਉਂ ਪਾਇਆ ਜਾ ਰਿਹਾ? ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਹੜੀਆਂ ਇਹ ਗੱਲਾਂ ਕਹੀਆਂ ਨੇ ਇਹ ਧਿਆਨ ਤਾਂ ਮੰਗਦੀਆਂ ਨੇ। ਦੂਸਰਾ ਮੁੱਦਾ ਉਹਨਾਂ ਨੇ ਚੁੱਕਿਆ ਕਿ ਪੰਜਾਬ ਦੇ ਵਿੱਚ ਇਸ਼ਤਿਹਾਰ ਬਹੁਤ ਸਰਕਾਰ ਦੇ ਰਹੀ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਦਿੱਤੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅੱਜ ਕੱਲ੍ਹ ਡਿਜੀਟਲ ਦਾ ਜ਼ਮਾਨਾ ਹੈ, ਪਹਿਲਾਂ ਅਖਬਾਰਾਂ ਜ਼ਿਆਦਾ ਸੀਗੀਆਂ, ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਸੀ। ਹੁਣ ਅਖਬਾਰਾਂ ਵੀ ਆ, ਸੋਸ਼ਲ ਮੀਡੀਆ ਤੇ ਵੱਖ-ਵੱਖ ਪਲੇਟਫਾਰਮ ਵੀ ਹੈ, ਸਾਰੇ ਪਾਸੇ ਇਸ਼ਤਿਹਾਰ ਜਾਂਦੇ ਆ। ਇੱਥੇ ਤਾਂ ਹੈਲੀਕਾਪਟਰ ਦੇ ਝੂਟਿਆਂ ਦੀ ਵੀ ਗੱਲ ਕੀਤੀ ਜਾਂਦੀ ਹੈ। ਚਲੋ ਕੋਈ 23 ਕਰੋੜ ਦਾ ਸੀ ਆਪਣੇ ਵੇਲੇ ਦਾ, ਕੋਈ 40 ਕਰੋੜ ਤੱਕ ਪਹੁੰਚ ਗਿਆ ਹੋਣਾ। ਮਸਲਾ ਇਹ ਨਹੀਂ, ਮਸਲਾ ਇਹ ਹੈ ਕਿ ਜਿਹੜੇ ਪਾਵਰ ਦੀ ਇਸ ਵੇਲੇ ਗੱਲ ਕੀਤੀ ਜਾ ਰਹੀ ਹੈ, ਦਿੱਲੀ ਵਾਲੇ ਮਸਲੇ ਨਾਲ ਜੋੜ ਕੇ ਗੱਲ ਕੀਤੀ ਜਾ ਰਹੀ ਹੈ। ਲੋਕ ਕਹਿੰਦੇ ਪਏ ਆ ਕਿ ਜਦੋਂ ਬੋਲਣਾ ਚਾਹੀਦਾ ਸੀ ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਜਦੋਂ ਕਿਸਾਨਾਂ ਦੀ ਗੱਲ ਚੱਲਦੀ ਪਈ ਸੀ ਅੰਦੋਲਨ ਦੀ, ਉਸ ਸਮੇਂ ਕਿਉਂ ਨਹੀਂ ਬੋਲੇ? ਇੱਕ ਵੇਲਾ ਸੀ ਜਦੋਂ ਤੁਸੀਂ ਭਾਜਪਾ ਦੇ ਨਾਲ ਖੜੇ ਰਹੇ, ਜਦੋਂ ਦੇਖਿਆ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਤਾਂ ਇਹੀ ਇੱਕ ਮੌਕਾ, ਇਹੀ ਇੱਕ ਤਰੀਕਾ, ਇਹੀ ਇੱਕ ਜ਼ਰੀਆ ਕਿ ਕਿਸਾਨਾਂ ਦਾ ਮੁੱਦਾ ਹੁਣ ਖੜਾ ਕਰ ਲਓ। ਤੇ ਇਸ ਕਰਕੇ ਉਹਨਾਂ ਨੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਕਹਾਉਣ ਵਾਲਾ ਕੰਮ ਕਰ ਦਿੱਤਾ। ਕੁਛ ਵੀ ਹੋਇਆ ਹੋਵੇ, ਪਰ ਜਿਸ ਹਿਸਾਬ ਦੇ ਨਾਲ ਇਸ ਵੇਲੇ ਇਹ ਚਰਚਾ ਚੱਲਦੀ ਪਈ ਹੈ ਕਿ ਦਿੱਲੀ ਵਾਲੇ ਪਾਸੇ ਸਰਕਾਰ ਰੋ ਰਹੀ ਹੈ ਕਿ ਸਾਡੇ ਅਧਿਕਾਰ ਖੋਲੇ ਨੇ, ਪੰਜਾਬ ਦੇ ਵਿੱਚ ਵੀ ਹਰਸਿਮਰਤ ਕੌਰ ਬਾਦਲ ਕਹਿ ਰਹੇ ਨੇ ਇਹੀ ਚੱਲਦਾ ਪਿਆ। ਥੋੜਾ ਜਿਹਾ ਧਿਆਨ ਦਿੱਤਾ ਜਾਵੇ। ਉਹਨੇ ਤਾਂ ਇੱਥੋਂ ਤੱਕ ਕਹਿਤਾ ਕਿ 2 ਜਣੇ ਖਤਰਨਾਕ ਇਕੱਠੇ ਹੋ ਗਏ ਆ। ਹੁਣ ਜਿਹੜੀਆਂ ਇਹ ਗੱਲਾਂ, ਜਿਹੜਾ ਇਹ ਲਹਿਜਾ ਉਹਨਾਂ ਨੇ ਵਰਤਿਆ, ਇਹ ਵਾਕਈ ਧਿਆਨ ਮੰਗਦਾ ਹੈ। ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਪੰਜਾਬ ਪੁਲਿਸ ਦੀ। ਪੰਜਾਬ ਪੁਲਿਸ ਇਸ ਵੇਲੇ ਆਉਣ ਵਾਲੇ ਦਿਨਾਂ ਦੇ ਦੌਰਾਨ ਟ੍ਰੈਫਿਕ ਨੂੰ ਲੈ ਕੇ ਗੰਭੀਰ ਦਿਖਾਈ ਦੇ ਰਹੀ ਹੈ, ਕਿਉਂਕਿ ਜਿਸ ਹਿਸਾਬ ਦੇ ਨਾਲ ਹਰ ਰੋਜ਼ ਸੜਕੀ ਹਾਦਸੇ ਹੋ ਰਹੇ ਨੇ, ਜਿਸ ਹਿਸਾਬ ਦੇ ਨਾਲ ਮੌਤਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਔਸਤਨ ਜੇਕਰ ਗੱਲ ਕੀਤੀ ਜਾਵੇ ਤਾਂ 14 ਮੌਤਾਂ ਰੋਜ਼ ਹੁੰਦੀਆਂ। ਪਿਛਲੇ ਦਿਨਾਂ ਦੇ ਦੌਰਾਨ ਤਾਂ ਰਿਪੋਰਟਾਂ ਇਹ ਵੀ ਆਈਆਂ ਸੀ ਕਿ 6000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਤਾਂ ਹਾਦਸਿਆਂ ਵਿੱਚ ਗੱਡੀਆਂ ਦਾ, ਮੋਟਰਸਾਈਕਲਾਂ ਦਾ ਹੀ ਹੋ ਜਾਂਦਾ। ਵੈਸੇ ਇਹ ਜਿਹੜਾ ਨੁਕਸਾਨ ਹੈ 12 ਕਰੋੜ ਰੁਪਏ ਤੱਕ ਵੀ ਸਾਰੇ ਵਾਹਨ ਪਾ ਕੇ ਹੋ ਜਾਂਦਾ ਆਰਾਮ ਦੇ ਨਾਲ। ਚਲੋ
ਸਿਆਣੇ ਕਹਿੰਦੇ ਆ ਕਿ ਚੀਜ਼ ਮੁੜ ਕੇ ਲੈ ਹੋ ਜਾਂਦੀ ਹੈ, ਪਰ ਜਾਨ ਚਲੀ ਜਾਵੇ ਉਹ ਮੁੜ ਕੇ ਨਹੀਂ ਆਉਂਦੀ। ਇਸ ਕਰਕੇ ਜ਼ਰੂਰੀ ਹੈ ਕਿ ਧਿਆਨ ਜਾਨ ਦਾ ਰੱਖਿਆ ਜਾਵੇ, ਜ਼ਰੂਰੀ ਹੈ ਕਿ ਟ੍ਰੈਫਿਕ ਦੇ ਨਿਯਮਾਂ ਨੂੰ ਫੋਲੋ ਕੀਤਾ ਜਾਵੇ। ਬਹੁਤ ਸਮੇਂ-ਸਮੇਂ ਤੇ ਇਦਾਂ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਕਿ ਪੁਲਿਸ ਵਾਲਿਆਂ ਨੂੰ ਅੱਗੇ ਦੇਖ ਕੇ ਗੱਡੀ ਕਈ ਤੇਜ਼ ਰਫ਼ਤਾਰ 'ਚ ਲੰਘਾਉਣ ਦੀ ਕੋਸ਼ਿਸ਼ ਕਰਦੇ ਆ, ਕਿਸੇ ਵੇਲੇ ਵਾਪਸ ਮੋੜਨ ਦੀ ਕੋਸ਼ਿਸ਼ ਕਰਦੇ ਆ, ਕਿਸੇ ਵੇਲੇ ਪਿੱਛੋਂ ਕੁਛ ਆ ਜਾਂਦਾ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ। ਹੁੰਦਾ ਕਿਸੇ ਵੇਲੇ ਇਹ ਵੀ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਚੋਰੀਆਂ ਵੀ ਹੋ ਜਾਂਦੀਆਂ, ਸੜਕਾਂ ਤੋਂ ਗੱਡੀਆਂ ਮੋਟਰਸਾਈਕਲ ਵੀ ਚੋਰੀ ਹੋ ਜਾਂਦੇ ਆ, ਕੋਈ ਪਤਾ ਨਹੀਂ ਲੱਗਦਾ ਕੌਣ ਲੈ ਗਿਆ। ਟਰੇਸ ਲਈ ਕਹਿੰਦੇ ਅਸੀਂ ਨੰਬਰ ਨੋਟ ਕਰ ਲਿਆ ਜੀ, ਕਾਰਵਾਈ ਕਿੰਨੀ ਕੁ ਹੁੰਦੀ ਹੈ ਸਭ ਨੂੰ ਪਤਾ ਹੀ ਹੈ। ਇੱਥੇ ਸਿਆਸਤਦਾਨਾਂ ਦੇ ਜੇਕਰ ਘਰ ਦੇ ਵਿੱਚੋਂ ਕੋਈ ਡੰਗਰ ਵੀ ਗੁੰਮ ਹੋ ਜਾਵੇ ਨਾ ਤਾਂ ਉਸ ਵੇਲੇ ਵੀ ਪੁਲਿਸ 7-7 ਟੀਮਾਂ ਬਣਾ ਕੇ ਲੱਗ ਜਾਂਦੀ ਹੈ। ਪਰ ਇਹ ਇਨਸਾਨ ਹੈ, ਇਨਸਾਨਾਂ ਦੀ ਕੌਣ ਸੁਣਦਾ? ਚਲੋ ਸੁਣਨੀ ਚਾਹੀਦੀ ਹੈ। ਹੁਣ ਜਦੋਂ ਪੰਜਾਬ ਪੁਲਿਸ ਦੀ ਗੱਲ ਕਰਦੇ ਆ ਤਾਂ ਕਹਿੰਦੇ ਆ ਕਿ ਚੰਡੀਗੜ੍ਹ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਹੁਣ ਕੈਮਰਿਆਂ ਦੇ ਵਿੱਚ ਇੱਕ ਚੀਜ਼ ਕੈਦ ਹੋ ਜਾਣੀ ਹੈ। ਜੇਕਰ ਟ੍ਰੈਫਿਕ ਵਾਇਓਲੇਸ਼ਨ ਰੋਕਣੀ ਆ ਤਾਂ ਇਹਨੂੰ ਰੋਕਣ ਦੇ ਲਈ ਜ਼ਰੂਰੀ ਹੈ ਕਿ ਸੜਕਾਂ ਦੇ ਕਿਨਾਰਿਆਂ ਤੇ ਕੈਮਰੇ ਲਗਾਏ ਜਾਣ। ਹੁਣ ਜੇਕਰ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਾਣ ਤਾਂ ਫਿਰ ਫਾਇਦਾ ਕੀ ਹੋਣਾ? ਹੋ ਸਕਦਾ ਬਹੁਤ ਸਾਰੇ ਲੋਕਾਂ ਦੇ ਨਾਲ ਚਲਾਨ ਕੱਟ ਦਿੱਤਾ ਜਾਂਦਾ। ਚੰਡੀਗੜ੍ਹ ਲਈ ਇਹ ਗੱਲ ਮਸ਼ਹੂਰ ਹੈ, ਜੈਬਰਾ ਕ੍ਰੋਸਿੰਗ ਦੀ ਜਦੋਂ ਆਉਂਦੀ ਹੈ ਨਾ ਉੱਥੇ ਬੰਦੇ ਆ ਪਿੱਛੇ ਹੋ ਜਾਂਦੇ ਆ, ਜਿਹੜਾ ਮਾੜਾ ਮੋਟਾ ਕ੍ਰੋਸ ਵੀ ਕਰਦਾ ਐਨ ਪਿੱਛੇ ਲੈ ਆਉਂਦਾ ਜਦੋਂ ਦੇਖ ਲੈਂਦੇ ਅੱਗੇ ਪੁਲਿਸ ਵਾਲੇ ਖੜੇ ਆ। ਮਾੜਾ ਜਿਹਾ ਖਤਮ ਹੋ ਕੇ ਮੋਹਾਲੀ 'ਚ ਵੜ ਜਾਓ, ਐਦਾਂ ਟੱਕਰਾਂ ਵੱਜਣ ਨੂੰ ਫਿਰਦੀਆਂ ਨਾ, ਦੇਖਣ ਵਾਲੀ ਗੱਲ ਹੁੰਦੀ ਹੈ। ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਗੂ ਹੋਣਾ ਚਾਹੀਦਾ। ਜਿਹੜਾ ਪੰਜਾਬ ਸਰਕਾਰ ਇਹ ਫੈਸਲਾ ਲੈਣ ਜਾ ਰਹੀ ਹੈ, ਇਸ ਫੈਸਲੇ ਦਾ ਸਾਰੇ ਪਾਸਿਓਂ ਸਵਾਗਤ ਵੀ ਹੋ ਰਿਹਾ ਹੈ, ਕਿਉਂਕਿ ਆਉਂਦੇ ਦਿਨਾਂ ਨੂੰ ਜੇਕਰ ਲੁਧਿਆਣੇ ਦੇ ਵਿੱਚ 1400 ਸੀਸੀਟੀਵੀ ਕੈਮਰਾ ਲੱਗ ਗਿਆ, ਜੇਕਰ ਅੰਮ੍ਰਿਤਸਰ ਵਿੱਚ 950 ਲੱਗ ਗਿਆ, ਜਲੰਧਰ 'ਚ 850 ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਪਟਿਆਲਾ, ਬਠਿੰਡਾ, ਮੋਹਾਲੀ 800, 750 ਤੇ 400 ਕੈਮਰੇ ਸੀਸੀਟੀਵੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਇਹਨਾਂ ਕੁਛ ਨਾ ਕੁਛ ਫਰਕ ਤਾਂ ਜ਼ਰੂਰ ਪੈ ਸਕਦਾ। ਫਿਰ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਅਦਾਲਤ ਵਿੱਚ ਜਾਣਾ ਪੈਂਦਾ, ਕਈਆਂ ਨੂੰ ਆਰਟੀਓ ਦਫ਼ਤਰ ਜਾਣਾ ਪੈਂਦਾ, ਉੱਥੇ ਜਾ ਕੇ ਚਲਾਨ ਭੁਗਤਦੇ ਆ, ਤਾਂ ਉਹ ਚਲਾਨ ਸਾਰੇ ਆਨਲਾਈਨ ਹੀ ਹੋ ਸਕਦੇ ਆ ਜਾਂ ਮੌਕੇ ਤੇ ਵੀ ਹੋ ਸਕਦੇ ਆ। ਤੇ ਜੇਕਰ ਮੌਕੇ ਤੇ ਭੁਗਤ ਹੋ ਜਾਣ, ਲੋਕਾਂ ਦੀ ਖੱਜਲ ਖੁਆਰੀ ਖਤਮ ਹੋ ਸਕਦੀ ਹੈ। ਚੰਗੀ ਗੱਲ ਇਹੀ ਹੈ ਕਿ ਜੋ ਇਹ ਸ਼ੁਰੂਆਤ ਕੀਤੀ ਜਾਣ ਲੱਗੀ ਹੈ, ਇਹ ਲਈ ਫਾਇਦਾ ਹੋਣਾ। ਇੱਕ ਸਭ ਤੋਂ ਵੱਡਾ ਫਾਇਦਾ ਹੋਰ ਹੋਣਾ, ਭ੍ਰਿਸ਼ਟਾਚਾਰ ਨੂੰ ਵੀ ਠੱਲ ਪਾਈ ਜਾ ਸਕਦੀ ਹੈ, ਕਿਉਂਕਿ ਮੌਜੂਦਾ ਸਮੇਂ ਵਿੱਚ ਜਦੋਂ ਕਿਸੇ ਦਾ ਚਲਾਨ ਹੁੰਦਾ ਤਾਂ ਉੱਥੇ ਫਿਰ ਜਿਹੜੇ ਵਿੱਚ ਕਹਿ ਦਈਏ ਵਿਚੋਲੇ ਬਣਦੇ ਆ ਜਾਂ ਏਜੰਟ ਹੁੰਦੇ ਆ ਜਾਂ ਜਿਹੜੇ ਦਲਾਲ ਹੁੰਦੇ ਆ, ਉਸ ਵੇਲੇ ਅਸੀਂ ਕੰਮ ਕਰਾ ਦੇਵਾਂਗੇ ਜੀ, ਕੋਈ ਨਹੀਂ। 700 ਵਾਲਾ ਕੰਮ ਹੁੰਦਾ ਕਹਿਣਗੇ 1000 ਰੁਪਈਆ ਲੱਗਣਾ, 1500 ਦਾ ਕੰਮ ਹੋਊਗਾ ਕਹਿਣਗੇ 2000 ਰੁਪਈਆ ਲੱਗਣਾ। ਕਿਸੇ ਵੇਲੇ ਇਦਾਂ ਦਾ ਕੰਮ ਵੀ ਚੱਲਦਾ ਹੈ। ਵੈਸੇ ਚਰਚਾ ਬਹੁਤ ਚੱਲਦੀ ਹੈ, ਇਹਦੀ ਵੀ ਕਾਰਵਾਈ ਹੋ ਜਾਣੀ ਚਾਹੀਦੀ ਹੈ। ਕਹਿੰਦੇ ਬਹੁਤ ਸਾਰੇ ਦਫ਼ਤਰਾਂ ਵਿੱਚ ਜਦੋਂ ਇਹ ਕਿਹਾ ਜਾਂਦਾ ਕਿ ਟੈਸਟ ਦੇਣ ਦੀ ਲੋੜ ਹੀ ਨਹੀਂ ਤੁਹਾਨੂੰ, ਅਸੀਂ ਲਾਇਸੈਂਸ ਉਹੀ ਬਣਾ ਦਾਂਗੇ, ਤੇ ਜਦੋਂ ਤੱਕ ਤੁਸੀਂ ਟੈਸਟ ਹੀ ਨਹੀਂ ਦੇਣਾ ਲਾਇਸੈਂਸ ਬਣਾ ਕਿੱਦਾਂ ਸਕਦੇ ਆ? ਪਰ ਇਹ ਵੀ ਕਹਿੰਦੇ ਕੰਮ ਚੱਲਦਾ ਪਿਆ, ਕਈ ਥਾਵਾਂ ਤੇ ਚੱਲਦਾ ਪਿਆ। ਜੇਕਰ ਚੱਲਦਾ ਉਹਨੇ ਜਾਂਚ ਹੋਣੀ ਚਾਹੀਦੀ ਹੈ। ਸਾਡੇ ਕੋਲ ਵੀ ਇਦਾਂ ਦੇ ਕੁਝ ਲੋਕ ਪਹੁੰਚੇ ਸੀ ਸ਼ਿਕਾਇਤ ਲੈ ਕੇ ਕਿ ਭਾਈ ਇਹ ਸਾਰਾ ਕੁਝ ਹੋ ਰਿਹਾ, ਗੱਲ ਕੀਤੀ ਉੱਪਰ ਤੱਕ, ਰੌਲਾ ਪਿਆ ਥੋੜਾ ਜਿਹਾ, ਹਫ਼ਤਾ ਕੰਮ ਠੀਕ ਰਹਿ ਗਿਆ, ਪਰ ਹਫ਼ਤੇ ਤੋਂ ਬਾਅਦ ਫਿਰ ਕੰਮ ਉੱਦਾਂ ਦੇ ਹੋਣੇ ਸ਼ੁਰੂ ਹੋ ਗਏ। ਜ਼ਰੂਰੀ ਇਹੀ ਹੈ ਕਿ ਇਸ ਕੰਮ ਦੇ ਵਿੱਚ ਠੱਲ ਪਾਈ ਜਾਵੇ, ਪਰ ਜਿਹੜਾ ਫੈਸਲਾ ਇਹ ਲਿਆ ਜਾ ਰਿਹਾ ਹੈ, ਇਸ ਫੈਸਲੇ ਦਾ ਸਾਰੇ ਪਾਸੇ ਸਵਾਗਤ ਕੀਤਾ ਜਾ ਰਿਹਾ। ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ। ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਜ਼ਿਕਰ ਕਰਦਿਆਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਚੰਨੀ ਸਾਹਿਬ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇੱਥੋਂ ਤੱਕ ਕਹਿ ਦਿੱਤਾ ਕਿ ਪਿਛਲੇ ਸਮੇਂ ਦੇ ਦੌਰਾਨ ਜੇਕਰ ਚਰਨਜੀਤ ਸਿੰਘ ਚੰਨੀ ਹੋਰੀ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਰਹੇ, ਉਹਨਾਂ ਦੇ ਕੁਝ ਕੁ ਪਰਿਵਾਰਕ ਮੈਂਬਰ ਤੇ ਕੁਝ ਕੁ ਰਿਸ਼ਤੇਦਾਰਾਂ ਦੇ ਨਾਮ ਸਾਹਮਣੇ ਆਏ ਤਾਂ ਅਜੇ ਤੱਕ ਕਾਰਵਾਈ ਕਿਉਂ ਨਹੀਂ ਹੁੰਦੀ ਪਈ। ਹੁਣ ਬਿਕਰਮ ਸਿੰਘ ਮਜੀਠੀਆ ਨੇ ਮੁੱਦਾ ਇਹ ਪਹਿਲੀ ਵਾਰ ਨਹੀਂ ਚੁੱਕਿਆ, ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਮੁੱਦੇ ਚੁੱਕੇ ਗਏ। ਸਵਾਲ ਇਹ ਖੜਾ ਹੁੰਦਾ ਪਿਆ ਕਿ ਬਾਰ-ਬਾਰ ਸਮੇਂ-ਸਮੇਂ ਦੀਆਂ ਸਰਕਾਰਾਂ ਜਦੋਂ ਵੀ ਆਉਂਦੀਆਂ ਨੇ, ਇਸ ਤਰ੍ਹਾਂ ਦੇ ਮੁੱਦੇ ਸਾਹਮਣੇ ਆਉਂਦੇ ਆ, ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ? ਰੌਲਾ ਆਮ ਆਦਮੀ ਪਾਰਟੀ ਦਾ ਨਹੀਂ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਜਦੋਂ ਕਾਂਗਰਸ ਦੀ ਸਰਕਾਰ ਸਮੇਂ-ਸਮੇਂ ਤੇ ਬਦਲਦੀਆਂ ਰਹੀਆਂ, ਲੋਕਾਂ ਦੇ ਕੋਲ ਬਹੁਤੀ ਆਪਸ਼ਨ ਨਹੀਂ ਸੀ, ਉਹ ਜਾਂਦੀ ਸੀ, ਉਹ ਆ ਜਾਂਦੀ ਸੀ, 10 ਸਾਲ ਕਰ ਲੈਂਦੇ, ਕੋਈ 5 ਸਾਲ ਕਰ ਲੈਂਦਾ ਸੀਗਾ, ਫਿਰ ਬਾਜੀ ਦੂਜੀ ਆ ਜਾਂਦੀ ਸੀਗੀ। ਉਸ ਵੇਲੇ ਵੀ 6 ਮਹੀਨੇ ਪਹਿਲਾਂ ਵਿਜੀਲੈਂਸ ਬਹੁਤ ਤੇਜ਼ੀ ਨਾਲ ਕੰਮ ਕਰਦੀ ਸੀ, ਬਹੁਤ ਤੇਜ਼ੀ ਨਾਲ। ਬਾਅਦ ਦੇ ਵਿੱਚ ਕੰਮ ਕਰਦੇ ਹੌਲੀ ਠੰਡਾ ਪੈਂਦਾ ਰਿਹਾ। ਤੇ ਹੁਣ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਸਵਾਲ ਚੁੱਕਿਆ ਕਿ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ, ਕੀ ਕਿਹਾ ਪ੍ਰੈਸ ਕਾਨਫਰੰਸ, ਆਓ ਦੇਖਦੇ। ਬਾਰ-ਬਾਰ ਇੱਕ ਕਾਂਗਰਸ ਪਾਰਟੀ ਨੇ ਇੱਕ ਬੰਦੇ ਦਾ ਜ਼ਿਕਰ ਕਰਦੇ ਸਨ ਕਿ ਪਹਿਲੀ ਵਾਰੀ ਹੋਇਆ ਕਿ ਐਸਸੀ ਭਾਈਚਾਰੇ ਦੇ ਸੀਐਮ ਨੂੰ
ਚਰਨਜੀਤ ਸਿੰਘ ਚੰਨੀ ਨੂੰ ਚੀਫ ਮਿਨਿਸਟਰ ਦੀ ਚੇਅਰ ਤੇ ਬਿਠਾ ਕੇ ਇੱਕ ਵੱਡਾ ਮੌਕਾ ਦਿੱਤਾ ਔਰ ਸਾਰੇ ਲੋਕ ਬੜੇ ਆਸਵੰਦ ਸੀ। ਐਵਰੀਬਡੀ ਵਾਸ ਵੈਰੀ ਹੈਪੀ ਔਰ ਇਸ ਗੱਲ ਦੀ ਵਧਾਈ ਵੀ ਦਿੱਤੀ ਕਿ ਦੇਖੋ ਪੰਜਾਬ ਦੀ ਇਹ ਗਿਰਖੇਸ ਧਰਤੀ, ਗੁਰੂਆਂ ਪੀਰਾਂ ਦੀ ਧਰਤੀ, ਜਿਸ ਧਰਤੀ 'ਚ ਹਮੇਸ਼ਾ ਗੁਰੂ ਸਾਹਿਬ ਦਾ ਉਪਦੇਸ਼ ਜਾਤ ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਗੱਲ ਇਸ ਧਰਤੀ ਨੇ ਕੀਤੀ ਹੋਵੇ, ਮਗਰ ਕਿਉਂਕਿ ਸਿਆਸਤ ਸੀ, ਉਹ ਸਿਆਸਤ ਨੂੰ ਮੁੱਖ ਰੱਖਦਿਆਂ ਫੇਰ ਗੱਲ ਆ ਗਈ ਕਾਂਗਰਸ ਪਾਰਟੀ ਨੇ ਉਹਦੇ 'ਚ ਵੋਟਾਂ ਦਾ ਫਾਇਦਾ ਲੈਣਾ ਸੀ। ਮੈਂ ਸਮਝਦਾ ਕਿ ਉਸ ਇਸ਼ੂ ਨੂੰ ਵਰਤ ਕੇ ਕਿਵੇਂ ਐਸਸੀ ਭਾਈਚਾਰੇ ਦਾ ਹੀ ਸ਼ੋਸ਼ਣ ਕਰਾਇਆ ਗਿਆ, ਅੱਜ ਉਹਦਾ ਮੈਂ ਉਦਾਹਰਨ ਤੁਹਾਡੇ ਕੋਲ ਲੈ ਕੇ ਆਇਆ। ਇੱਕ ਤਾਂ ਭਗਵੰਤ ਮਾਨ ਸਾਹਿਬ ਨੇ ਕੀਤੀ ਸੀ ਨਾ ਇੱਕ ਪਲੇਅਰ ਨਾਲ, ਕੀ ਨਾਮ ਸੀ ਜੀ ਉਹਦਾ, ਜਸਵਿੰਦਰ ਸਿੰਘ ਜੀ ਦਾ ਕੱਢਿਆ ਕੁਛ ਨਹੀਂ। ਅੱਜ ਮੈਂ ਤੁਹਾਨੂੰ ਦੂਜਾ ਉਦਾਹਰਨ ਦੇਣ ਲੱਗਿਆ ਕਿ ਜਿੰਨੀ ਕਰਪਸ਼ਨ ਔਰ ਮੈਂ 100 ਕਰੋੜ ਦਾ ਜੋ ਚਰਚਾ ਚੱਲ ਰਹੀ ਹੈ ਕਿ 100 ਕਰੋੜ ਦਾ ਲੈਣ ਦੇਣ ਹੋਇਆ ਬਿਟਵੀਨ ਚਰਨਜੀਤ ਚੰਨੀ ਆਮ ਆਦਮੀ ਪਾਰਟੀ, ਕਿ ਜਿਹੜਾ ਸਭ ਤੋਂ ਕਰਪਟ ਮੁੱਖ ਮੰਤਰੀ ਸੀ ਹਨੀ ਮਨੀ ਜਿਹਦਾ ਪਹਿਲਾ ਮੁੱਖ ਮੰਤਰੀ ਹੋਇਆ ਜਿਹਦੇ ਭਾਂਜੇ ਕੋਲੋਂ, ਮਤਲਬ ਇੱਕ ਤਾਂ ਹੁੰਦਾ ਨਾ ਜੀ ਭਾਂਜੇ ਦੀ ਹੈਸੀਅਤ ਕੀ ਸੀ, ਉਹਦੀ ਪਹਿਚਾਨ ਕੀ ਸੀ, ਉਹਦੀ ਇੰਟਰੋਡਕਸ਼ਨ ਕੀ ਸੀ, ਕਿ ਉਹ ਚਰਨਜੀਤ ਸਿੰਘ ਚੰਨੀ ਨਾਲ ਰਿਲੇਟਡ ਸੀ। 10 ਕਰੋੜ ਦੀ ਰਿਕਵਰੀ ਹੋਈ ਹੋਵੇ ਸਭ ਦੇ ਸਾਹਮਣੇ। ਅੱਜ ਤੱਕ ਕਿਸੇ ਸੀਐਮ ਦੇ ਕੋਲੋਂ 10 ਕਰੋੜ ਦੀ ਰਿਕਵਰੀ ਨਹੀਂ ਸੁਣਨ ਨੂੰ ਮਿਲੀ ਹੈ ਇਨ ਕੈਸ਼, ਔਰ ਸੀਐਮ ਸਾਹਿਬ ਨੇ ਕਦੇ ਉਸ ਰਿਸ਼ਤੇਦਾਰੀ ਨੂੰ ਡਿਨਾਈ ਨਹੀਂ ਕਰ ਸਕੇ ਕਿਉਂਕਿ ਉਹ ਐਡਾ ਇੰਪੋਰਟੈਂਟ ਐਸੈਟ ਸੀ ਚਰਨਜੀਤ ਚੰਨੀ ਵਾਸਤੇ ਕਿ ਉਹਨੂੰ ਸੀਐਮ ਸਿਕਿਉਰਿਟੀ ਦਿੱਤੀ ਹੋਈ ਸੀ, ਜਦਕਿ ਉਹ ਸੀਐਮ ਸਿਕਿਉਰਿਟੀ ਦਾ ਹੱਕਦਾਰ ਨਹੀਂ ਸੀ। ਔਰ ਉਹ ਕਿਉਂ ਮਿਲੀ ਸੀ? ਕਿਉਂਕਿ ਉਹ ਚੰਨੀ ਦਾ ਇੱਕ ਇੰਪੋਰਟੈਂਟ ਟਾਊਟ ਕਹਿ ਲਓ ਜਾਂ ਮਨੀ ਮੇਕਿੰਗ ਮਸ਼ੀਨ ਸੀ। ਇਸੇ ਤਰ੍ਹਾਂ ਅੱਜ ਕੁਝ ਹੋਰ ਟਾਊਟ ਸਾਹਮਣੇ ਆਏ ਔਰ ਮੈਂ 100 ਕਰੋੜ ਦੀ ਲੈਣ ਦੇਣ ਦੀ ਗੱਲ ਕਿਉਂ ਕਰ ਰਿਹਾ? ਆ ਜਿਹੜਾ ਫੁੱਲ ਦਿੱਤੇ ਆ ਨਾ ਫੋਟੋ 'ਚ, ਤਾਂ ਤੁਹਾਨੂੰ ਤਾਂ ਫੁੱਲ ਹੀ ਵਿਖਾਏ। ਮੈਂ ਤਾਂ ਭਗਵੰਤ ਮਾਨ ਜੀ ਨੂੰ ਕਹੂੰਗਾ ਹੁਣ ਬੈਗ ਵੀ ਵਿਖਾ ਦਿਓ ਜਿਹੜੇ ਤੁਹਾਨੂੰ ਦਿੱਤੇ ਆ, ਕਿਉਂਕਿ ਇਹ 'ਚ ਕੋਈ ਲੁਕੀ ਛਿਪੀ ਗੱਲ ਨਹੀਂ। ਅੱਜ ਜਲੰਧਰ ਦੀ ਬਾਈ ਇਲੈਕਸ਼ਨ ਹੋਈ ਆ, ਇਹਦੇ 'ਚ ਵੀ ਇਲਜ਼ਾਮ ਲੱਗੇ ਆ ਕਈ ਕਾਂਗਰਸ ਦੇ ਵੀਰਾਂ ਤੇ ਕਿ ਇਹਨਾਂ ਨੇ ਮਦਦ ਕੀਤੀ ਆ ਆਪ ਦੀ। ਭਾਵੇਂ ਗੱਠਜੋੜ ਇਹਨਾਂ ਦਾ ਫਾਈਨਲ ਹੈ, ਮੈਨੂੰ ਬਾਰ-ਬਾਰ ਉਹ ਗੱਠਜੋੜ ਦੀਆਂ ਤਸਵੀਰਾਂ ਦਿਖਾਉਣ ਦੀ ਲੋੜ ਨਹੀਂ। ਇਹ ਕਰਪਸ਼ਨ ਦੀ ਗੱਲ ਕਰਦੇ ਆ ਕਿ ਅਸੀਂ ਕਰਪਸ਼ਨ ਦੇ ਖਿਲਾਫ ਆ, ਮਗਰ ਕਰਪਸ਼ਨ ਵੀ ਪਿਕ ਐਂਡ ਚੂਜ਼ ਹੁੰਦੀ ਆ। ਹੁਣ ਅੱਜ ਸਿੰਗਲਾ ਦੇ ਇਹਨਾਂ ਦੇ ਵਜ਼ੀਰ ਦੇ ਮਸਲੇ 'ਚ ਤੁਸੀਂ ਵੇਖ ਲਿਆ, ਉਹ ਦੂਜਾ ਕੀ ਸੀ ਜਿਹੜਾ ਵਜ਼ੀਰ ਹਟਾਤਾ, ਜਿਹੜਾ ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਤਰਨਜੀਤ ਸਿੰਘ ਢੇਸੀ ਹੋਰਾਂ ਦੀ, ਕਿਉਂਕਿ ਇਸ ਵੇਲੇ ਮੁੱਦਾ ਬਹੁਤ ਗਰਮਾਇਆ ਪਿਆ। ਢੇਸੀ ਸਾਹਿਬ ਪੰਜਾਬ ਪਹੁੰਚੇ, 에ਅਰਪੋਰਟ 'ਤੇ ਰੋਕਿਆ ਗਿਆ। ਸਵਾਲ ਕਈ ਤਰ੍ਹਾਂ ਦੇ ਖੜੇ ਹੁੰਦੇ ਆ। ਢੇਸੀ ਸਾਹਿਬ ਨਾਲ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਕਿ ਅਸਲ ਵਿੱਚ ਮਾਮਲਾ ਕੀ ਸੀਗਾ ਤੇ ਗੱਲ ਕਿੱਧਰ ਨੂੰ ਜਾਂਦੀ ਹੈ, ਕਿਉਂਕਿ ਗੱਲ ਖੁੱਲ੍ਹ ਕੇ ਬਾਅਦ ਵਿੱਚ ਕਰਾਂਗੇ। ਪਰ ਸਭ ਤੋਂ ਪਹਿਲਾਂ ਢੇਸੀ ਹੁਣੀ ਫੋਨ ਤੇ ਨੇ। ਤਰਨਜੀਤ ਸਿੰਘ ਢੇਸੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਟੀਵੀ ਤੇ। ਨਵਜੀਤ ਜੀ, ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ, ਤਾਂ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਦੇ ਨਾਲ ਤੁਸੀਂ ਜਿਹੜਾ ਰੂਬਰੂ ਕਰਾਉਣ ਜਾ ਰਹੇ ਆ ਜੀ। ਢੇਸੀ ਸਾਹਿਬ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਯੂਕੇ ਦੇ ਵਿੱਚ ਰਹਿ ਕੇ ਪੰਜਾਬ ਦਾ, ਪੰਜਾਬੀਆਂ ਦਾ, ਕੌਮ ਦਾ ਨਾਮ ਰੋਸ਼ਨ ਕੀਤਾ। ਲੰਬੇ ਸਮੇਂ ਤੋਂ ਉੱਥੇ ਸੇਵਾ ਨਿਭਾ ਰਹੇ ਹੋ। ਪਰ ਢੇਸੀ ਸਾਹਿਬ, ਕੁਛ ਦਿਨ ਪਹਿਲਾਂ ਜਦੋਂ ਤੁਸੀਂ ਪੰਜਾਬ ਪਹੁੰਚਦਿਆਂ 에ਅਰਪੋਰਟ ਤੇ ਰੋਕਿਆ ਗਿਆ, ਉਸ ਵੇਲੇ ਡਾਕੂਮੈਂਟ ਦੀ ਗੱਲ ਸੀ। ਹੁਣ ਇੱਥੋਂ ਤੱਕ ਗੱਲ ਪਹੁੰਚ ਗਈ ਹੈ ਕਿ ਕਿਸਾਨਾਂ ਦੇ ਅੰਦੋਲਨ ਦੇ ਕਰਕੇ ਤੁਸੀਂ ਉਸ ਵੇਲੇ ਬਿਆਨਬਾਜ਼ੀ ਕੀਤੀ। ਇਹ ਸਾਰੀ ਖੁੰਦਕ ਤਾਂ ਕੱਢੀ ਜਾ ਰਹੀ ਹੈ, ਅਸਲ ਦੇ ਵਿੱਚ ਸੱਚ ਕੀ ਹੈ ਜੀ? ਜੀ ਦੇਖੋ, ਇਹ ਜਦੋਂ ਮੈਂ ਉੱਥੋਂ ਲੰਡਨ ਤੋਂ ਉਡਾਨ ਫੜੀ, ਉੱਥੇ ਬਕਾਇਦਾ ਉਹਨਾਂ ਨੇ ਪਾਸਪੋਰਟ, ਟਿਕਟ, ਜਿਹੜਾ ਵੀਜ਼ਾ ਸੀਗਾ ਮੇਰਾ, OCI, ਉਹ ਸਭ ਜੀ ਉਹ ਤਫਤੀਸ਼ ਚੈੱਕ ਕੀਤਾ। ਫਿਰ ਮੈਂ ਉੱਥੋਂ ਉਡਾਨ ਫੜ ਕੇ ਇੱਥੇ ਅੰਮ੍ਰਿਤਸਰ ਆਇਆ। 에ਅਰ ਇੰਡੀਆ ਦੀ ਉਡਾਨ ਸੀਗੀ। ਇੱਥੇ ਜਦੋਂ ਆਇਆ ਤਾਂ ਉਹਨਾਂ ਨੇ ਪਾਸਪੋਰਟ ਚੈੱਕ ਕੀਤਾ, ਉਹ ਵੀ ਠੀਕ ਸੀ। ਫਿਰ ਉਹ ਕਹਿੰਦੇ ਵੀਜ਼ਾ, OCI, ਉਹ ਵੀ ਉਹਨਾਂ ਨੇ ਦੇਖਿਆ। ਜਦੋਂ ਉਹਨਾਂ ਨੇ ਵਿੱਚ ਸਕੈਨਰ ਦੇ ਵਿੱਚ ਪਾਇਆ ਤਾਂ ਕਹਿੰਦੇ ਵੀ ਕੁਛ ਮੁਸੀਬਤ ਲੱਗਦੀ ਆ। ਫਿਰ 10 ਮਿੰਟ ਉਹਨਾਂ ਨੇ ਕਿਹਾ ਤੁਸੀਂ ਬੈਠੋ ਇੱਥੇ। ਫਿਰ ਉਸ ਤੋਂ ਬਾਅਦ ਜਦੋਂ ਮੈਂ ਪਤਾ ਕੀਤਾ ਤਾਂ ਫਿਰ ਕਹਿੰਦੇ ਸਾਨੂੰ ਲੱਗਦਾ ਤੁਹਾਡਾ OCI ਸਸਪੈਂਡ ਹੋਇਆ ਆ ਤੇ ਉਹ ਸਾਨੂੰ ਇਹਦੇ ਬਾਰੇ ਤਫਤੀਸ਼ ਕਰਕੇ ਤਾਂ ਕਲੀਅਰੈਂਸ ਲੈਣੀ ਪੈਣੀ ਹੈ ਦਿੱਲੀ ਤੋਂ ਜੀ। ਫਿਰ ਮੈਂ
ਆਪਣੇ ਮਾਨਯੋਗ ਪਿਤਾ ਜੀ ਸਾਡੇ ਸਰਦਾਰ ਜਸਪਾਲ ਸਿੰਘ ਜੀ ਢੇਸੀ ਉਹਨਾਂ ਨੂੰ ਮੈਂ ਫੋਨ ਕੀਤਾ, ਆਪਣੇ ਚਾਚਾ ਜੀ ਸਰਦਾਰ ਪਰਮਜੀਤ ਸਿੰਘ ਰਾਏਪੁਰ ਜੋ ਕਿ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਇੱਥੇ ਆਦਮਪੁਰ ਤੋਂ, ਜਲੰਧਰ ਤੋਂ। ਬਿਲਕੁਲ, ਉਹਨਾਂ ਨੂੰ ਮੈਂ ਫੋਨ ਕੀਤਾ ਕਿਉਂਕਿ ਮੈਨੂੰ ਪਤਾ ਵੀ ਉਹ ਬਾਹਰ ਉੱਥੇ ਉਡੀਕ ਕਰ ਰਹੇ ਸੀ ਹਵਾਈ ਅੱਡੇ ਤੇ, ਤੇ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਕੁਛ ਨਾ ਕੁਛ ਸਮੱਸਿਆ ਇੱਥੇ ਖੜੀ ਹੋ ਗਈ ਆ। ਉਹਨਾਂ ਨੇ ਵੀ ਫਿਰ ਆਪਣੇ ਸ਼ੁਭ ਚਿੰਤਕਾਂ ਨੂੰ ਸਾਰਿਆਂ ਨੂੰ ਇੱਧਰ ਉੱਧਰ ਫੋਨ ਕੀਤਾ, ਤਾਂ ਪਰ ਕਰ ਕਰਾ ਕੇ 2.5 ਘੰਟਿਆਂ ਦੇ ਬਾਅਦ ਫਿਰ ਅਧਿਕਾਰੀ ਫਿਰ ਜਦੋਂ ਉਹਨਾਂ ਨੇ ਪਹਿਲਾਂ ਤਾਂ ਪੁੱਛਗਿੱਛ ਕਰ ਲਈ ਸੀ, ਤੁਸੀਂ ਇੱਥੇ ਕਿੰਨੇ ਸਮੇਂ ਲਈ ਆਏ ਹੋ, ਤੁਸੀਂ ਪਿਛਲੀ ਦਫਾ ਇੱਥੇ ਕਦੋਂ ਆਏ ਸੀਗੇ? ਮੈਂ ਕਿਹਾ ਪਿਛਲੇ ਸਾਲ ਆਇਆ ਸੀ। ਫਿਰ ਉਹ ਕਹਿੰਦੇ ਤੁਹਾਨੂੰ MP ਬਣਿਆ ਨੂੰ ਕਿੰਨਾ ਸਮਾਂ ਹੋ ਗਿਆ? ਮੈਂ ਕਿਹਾ ਹੁਣ ਤਾਂ 6 ਸਾਲਾਂ ਤੋਂ ਉੱਪਰ ਹੋ ਗਿਆ ਜੀ ਮਹਾਰਾਜ। ਇੱਥੇ ਤਾਂ ਅਸੀਂ ਜੇ ਇਸ ਹਵਾਈ ਅੱਡੇ 'ਚ ਤੁਸੀਂ ਬੈਠੇ ਆ ਇਹਦੇ ਲਈ, ਇਹਦੀ ਬਿਹਤਰੀ ਦੇ ਲਈ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਸ਼ਾਇਦ ਹੀ ਕੋਈ NRI ਹੋਵੇ ਜਿਹਨੇ ਇੰਨਾ ਉੱਥੇ ਰੌਲਾ ਪਾਇਆ, ਇੰਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਪਿਆ ਸੀਗਾ ਵੀ UK ਦੀਆਂ 에ਅਰਲਾਈਨਾਂ ਨਾਲ ਮੀਟਿੰਗ ਕੀਤੀ, ਇੰਡੀਆ ਦੀਆਂ 에ਅਰਲਾਈਨਸ ਨਾਲ ਮੀਟਿੰਗ ਕੀਤੀ, ਬੈਠ ਕੀਤੀ। ਇੱਥੇ ਜਦੋਂ ਵੀ ਆਇਆ ਮੈਂ ਪਿਛਲੇ ਕਈ ਸਾਲਾਂ ਤੋਂ ਇਹ ਮਸਲਾ ਬਾਰ-ਬਾਰ ਉਠਾਈ ਜਾ ਰਿਹਾ ਕਿ NRI ਦੇ ਮਸਲੇ ਅਲੱਗ-ਅਲੱਗ ਨੇ, ਜ਼ਮੀਨਾਂ ਦੇ ਝਗੜੇ ਨੇ, ਉਸ ਦੇ ਨਾਲ ਇਹ ਸਿੱਧੀਆਂ ਉਡਾਨਾਂ ਦਾ ਵੀ ਮਸਲਾ ਉਠਾਇਆ। ਤਾਂ ਹੁਣ ਉਹ ਸੀ ਅੰਮ੍ਰਿਤਸਰ ਏਅਰਪੋਰਟ ਦੇ ਵਿੱਚ ਆ ਕੇ, ਤਾਂ ਇਹ ਜਿਹੜੀ ਖੱਜਲ ਖੁਆਰੀ ਆ 2.5 ਘੰਟੇ ਤੁਸੀਂ ਮੈਨੂੰ ਇੱਥੇ ਬਿਠਾਈ ਰੱਖਿਆ, ਤਾਂ ਚਲੋ ਤੁਹਾਡਾ ਸ਼ੁਕਰੀਆ। ਪਰ ਉਹ ਕਰ ਕਰਾ ਕੇ ਕਹਿੰਦੇ ਚਲੋ ਹੁਣ ਇਹ ਸਾਨੂੰ ਕਲੀਅਰੈਂਸ ਮਿਲ ਗਈ, ਹੁਣ ਮਸਲਾ ਠੀਕ ਹੋ ਗਿਆ ਜੀ, ਤਾਂ ਸਭ ਠੀਕ ਹੈ ਜੀ, ਤਾਂ ਹੁਣ ਤੁਸੀਂ ਜਾ ਸਕਦੇ ਹੋ। ਬਿਲਕੁਲ, ਇਹ ਵੱਡਪਨ ਹੈ ਤੁਹਾਡਾ ਕਿ ਤੁਸੀਂ ਇਸ ਵੇਲੇ ਵੀ ਬੜੇ ਖੁਸ਼ ਹੋ ਕੇ ਕਹਿ ਰਹੇ ਹੋ ਕਿ ਤੁਹਾਡਾ ਬਹੁਤ ਧੰਨਵਾਦ ਹੈ। ਹਾਲਾਂਕਿ ਜਦੋਂ ਵੀ ਇਹ ਮਸਲੇ ਚੁੱਕਣ ਦੀ ਗੱਲ ਹੋਈ, ਜਦ ਫਲਾਈਟਾਂ ਦੀ ਗੱਲ ਹੋਈ ਖਾਸ ਕਰਕੇ UK ਲਈ, ਸਿੱਧੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਵੀ ਤੁਸੀਂ ਇਹ ਮੁੱਦੇ ਚੁੱਕਦੇ ਰਹਿੰਦੇ ਆ। ਤੁਸੀਂ ਤੇ ਇਹ ਵੀ ਗੱਲ ਕਹੀ ਸੀ ਕਿ ਮਨੁੱਖੀ ਅਧਿਕਾਰਾਂ ਦੀ ਤੁਸੀਂ ਗੱਲ ਵੀ ਕਰਦੇ ਆ, ਪਰ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕੋਈ ਕਮੀ ਟੈਕਨੀਕਲ ਸੀਗੀ ਜਾਂ ਫਿਰ ਜਾਣਬੁੱਝ ਕੇ ਕੀਤਾ ਗਿਆ? ਕਿਸਾਨਾਂ ਦੇ ਅੰਦੋਲਨ ਦੇ ਬਾਰੇ ਤੁਸੀਂ ਉੱਥੇ ਮੁੱਦਾ ਚੁੱਕਿਆ ਸੀ, ਇਸ ਕਰਕੇ ਹੋਇਆ? ਦੇਖੋ, ਪਿਛਲੇ ਸਾਲ ਜਦੋਂ ਮੈਂ ਇੱਥੇ ਆਇਆ ਇੰਡੀਆ ਦੇ ਵਿੱਚ, ਮੈਨੂੰ ਬਹੁਤ ਜਿਹੜਾ ਪਿਆਰ, ਜਿਹੜਾ ਇਤਫਾਕ ਮੈਂ ਤਾਂ ਦੇਣਾ ਨਹੀਂ ਦੇ ਸਕਦਾ। ਜਿਹੜੇ ਇੱਥੇ ਇੰਡੀਆ ਦੇ ਫਾਰਮਰਸ ਯੂਨੀਅਨ ਸੀ, ਇੱਥੇ ਕਿਸਾਨ ਜਥੇਬੰਦੀਆਂ ਸੀ, ਇੱਥੇ ਅਲੱਗ-ਅਲੱਗ ਸਮਾਜ ਸੇਵੀ ਸੰਸਥਾਵਾਂ ਸੀ, ਜਿਹਨਾਂ ਪਿਆਰ ਉਹਨਾਂ ਨੇ ਜਿਹੜਾ ਮਾਨ ਸਨਮਾਨ ਬਖਸ਼ਿਆ, ਉਹ ਮੈਂ ਸਾਰਾ ਕੁਝ ਬਟੋਰ ਕੇ ਮੈਂ ਵਾਪਿਸ ਉੱਥੇ UK ਦੇ ਵਿੱਚ ਵੀ ਗਿਆ। ਤਾਂ ਮੈਂ ਹੋਰਨਾਂ ਨੂੰ ਵੀ ਬਹੁਤ ਸਾਰਿਆਂ ਨੂੰ ਦੱਸਿਆ ਵੀ ਏਦਾਂ ਦੇ ਲੋਕ ਨੇ, ਉਹ ਕਦਰ ਪਾਉਂਦੇ ਨੇ ਜਦੋਂ ਤੁਸੀਂ ਕਿਸੇ ਦੇ ਹੱਕਾਂ ਲਈ ਖੜਦੇ ਆ। ਇੱਥੇ ਕਿਸਾਨ ਮੋਰਚੇ ਵੇਲੇ ਜੇ ਮੈਂ ਆਵਾਜ਼ ਬੁਲੰਦ ਕੀਤੀ ਸੀ ਉਹਨਾਂ ਦੇ ਮਨੁੱਖੀ ਅਧਿਕਾਰਾਂ ਲਈ, ਤਾਂ ਉਹਨਾਂ ਨੇ ਉਸ ਗੱਲ ਦੀ ਕਦਰ ਕੀਤੀ। ਪਰ ਜਦੋਂ ਇਹ ਸਭ ਮੈਂ ਇਹ ਵੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਆ ਕਿ ਪਿਛਲੇ ਸਾਲ ਕਈਆਂ ਨੇ ਬਿਆਨ ਜਿਹੜੇ ਗਲਤ ਵੀ ਦਿੱਤੇ ਸੀਗੇ, ਉਹ ਕੁਝ ਨਫ਼ਰਤ ਭਰੇ ਕਈ ਇਹਦਾ ਦੇ ਵੀ ਵਿਅਕਤੀ ਸੀ ਜਿਹੜੇ ਕਹਿੰਦੇ ਲੈ ਲਓ ਜੀ ਇਹ ਕਿਸਾਨ ਮੋਰਚੇ ਜਿੱਦਾਂ ਬੋਲਿਆ ਸੀ, ਇਹ ਤਾਂ ਇੰਡੀਆ ਦੇ ਖਿਲਾਫ ਗੱਲ ਕਰ ਰਿਹਾ, ਇਹ ਐਂਟੀ ਨੈਸ਼ਨਲ ਆ ਜੀ, ਇਹ ਵੱਖਵਾਦੀ ਆ, ਏਦਾਂ ਆ। ਇਹ ਉਹੀ ਵਿਅਕਤੀ ਨੇ ਜਿਨ੍ਹਾਂ ਨੇ ਤਾਂ ਇੱਥੇ ਜਿਹੜੇ ਕਿਸਾਨ ਨੇ, ਇੰਡੀਆ ਦੇ ਕਿਸਾਨ ਨੇ, ਅੰਨਦਾਤਾ ਨੇ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਇਹਨਾਂ ਨੇ। ਇਹ ਉਹੀ ਵਿਅਕਤੀ ਸੀ ਜਿਹੜੇ ਕਹਿੰਦੇ ਸੀਗੇ ਵੀ ਇਹ ਵੱਖਵਾਦੀ ਆ, ਇਹ ਖਾਲਿਸਤਾਨੀ ਹੈ, ਕੋਈ ਪਾਕਿਸਤਾਨੀ ਹੈ, ਕੋਈ ਏਦਾਂ ਆ, ਕੋਈ ਆ। ਇਹ ਜਿਹੜੀਆਂ ਗਲਤ ਤਰੀਕੇ ਦੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਬਿਆਨਬਾਜ਼ੀ ਕਰਕੇ ਲੋਕਾਂ 'ਚ ਨਫ਼ਰਤ ਦੀਆਂ ਦਰਾਰਾਂ ਪੈਦਾ ਹੁੰਦੀਆਂ। ਸੋ ਆਪਾਂ ਨੂੰ ਇਹਨਾਂ ਵਿਅਕਤੀਆਂ ਤੋਂ ਸੁਚੇਤ ਰਹਿਣਾ ਚਾਹੀਦਾ। ਮੈਂ ਪ੍ਰਸ਼ਾਸਨ ਨੂੰ ਵੀ, ਸਰਕਾਰ ਨੂੰ ਵੀ ਇਹੀ ਬੇਨਤੀ ਕਰਦਾ ਵੀ ਇਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਕਰਕੇ ਜਿਹੜੇ ਤੁਸੀਂ ਆਮ ਨਾਗਰਿਕ ਜਾਂ ਜਿਹੜੇ ਜ਼ਿੰਮੇਵਾਰ ਨਾਗਰਿਕ ਨੇ ਜਾਂ ਜਿਹੜੇ ਮੈਂਬਰਸ ਆਫ ਪਾਰਲੀਮੈਂਟ ਨੇ, ਜਿਹੜਾ ਨੇ ਇਹ ਰਿਕਾਰਡ ਤੁਸੀਂ ਵਿਅਕਤੀ ਦਾ ਜ਼ਰੂਰ ਦੇਖੋ, ਬਿਨਾਂ ਉਹ ਦੇਖਿਓ ਕੋਈ ਕਾਰਵਾਈ ਹੋਣੀ ਨਹੀਂ ਚਾਹੀਦੀ। ਤੇ ਜੇ ਕੋਈ ਕਾਰਵਾਈ ਕਿਸੇ ਵਿਅਕਤੀ ਦੇ ਖਿਲਾਫ ਕੁਝ ਹੋਣੀ ਹੈ ਤਾਂ ਉਹਨਾਂ ਨੂੰ ਜ਼ਰੂਰ ਇਤਲਾ ਕੀਤਾ ਜਾਣਾ ਚਾਹੀਦਾ ਆ ਕਿ ਆਹ ਕਾਰਵਾਈ ਹੋ ਰਹੀ ਆ, ਤਾਂ ਤੁਸੀਂ ਇਹਦੇ ਜਵਾਬ ਦੇ ਵਿੱਚ ਤੁਸੀਂ ਕੀ ਕਹੋਗੇ। ਸੋ ਇਹ ਜਿਹੜੇ ਵਿਅਕਤੀ ਬਾਰ-ਬਾਰ ਜਿਹੜਾ ਐਂਟੀ ਨੈਸ਼ਨਲ ਰੌਲਾ ਰੱਪਾ ਪਾਉਂਦੇ ਰਹਿੰਦੇ ਨੇ, ਇਹਨਾਂ ਦੀਆਂ ਇਹ ਮਾੜੀਆਂ ਕਾਰਗੁਜ਼ਾਰੀਆਂ ਕਰਕੇ ਹੁਣ ਜਿਹੜਾ ਅਕਸ ਜਾਂ ਖੱਜਲ ਖੁਆਰੀ ਮੇਰੀ ਨਹੀਂ ਹੋਈ, ਇਕੱਲੇ ਮੇਰਾ ਅਕਸ ਨਹੀਂ ਖਰਾਬ ਹੋਇਆ, ਇਹ 'ਚ ਜੋ ਦੇਸ਼ ਦਾ ਵੀ ਅਕਸ ਖਰਾਬ ਹੁੰਦਾ ਵੀ ਉੱਥੇ ਜਿਹੜੇ ਬਾਹਰ ਲੋਕੀ ਜਦੋਂ ਬੈਠੇ ਦੇਖਦੇ ਨੇ, ਉੱਥੇ ਜਿਹੜੇ NRIs ਦੇਖਦੇ ਜਿਹਨਾਂ ਨੂੰ ਅਸੀਂ ਕਹਿੰਦੇ ਤੁਸੀਂ ਇੱਥੇ ਆਓ, ਉਹ ਵੀ 50 ਵਾਰੀ ਬੰਦਾ ਸੋਚਦਾ ਵੀ ਯਾਰ ਜੇ ਏਦਾਂ ਮੈਂਬਰ ਆਫ ਪਾਰਲੀਮੈਂਟ ਏਦਾਂ ਹੋ ਸਕਦਾ ਤਾਂ ਅਸੀਂ ਕਿਹੜੇ ਬਾਗ ਦੀ ਮੂਲੀ ਆ। ਇਹ ਜਦੋਂ ਉੱਥੇ ਕਈ ਜਿਹੜੇ ਮੈਂਬਰਸ ਆਫ ਪਾਰਲੀਮੈਂਟ ਵੀ ਸੀ, ਉੱਥੋਂ ਜਦੋਂ ਉਹਨਾਂ ਨੂੰ ਵੀ ਫਿਕਰ ਸੀ, ਜਦੋਂ ਮੇਰੇ ਤੱਕ ਪਹੁੰਚ ਗਈ, ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਕਿਹਾ ਹੋਰਨਾਂ ਨੂੰ ਵੀ ਦੱਸਿਓ ਕੁਛ ਸਭ ਮਸਲਾ ਠੀਕ ਹੋ ਗਿਆ, ਕੋਈ ਏਦਾਂ ਦੀ ਗੱਲ ਨਹੀਂ, ਮੈਂ ਆਪਣੇ ਪਰਿਵਾਰ ਦੇ ਵਿਅਕਤੀਆਂ ਦੇ ਨਾਲ ਹੀ ਬੈਠਾ, ਕੋਈ ਤੁਹਾਨੂੰ ਏਦਾਂ ਦੀ ਫਿਕਰ ਕਰਨ ਦੀ ਲੋੜ ਨਹੀਂ। ਇਹ ਜਿਹੜੇ ਸਿੱਟੇ ਨਿਕਲਦੇ ਨੇ ਜਦੋਂ ਕੋਈ ਏਦਾਂ ਦੇ ਗਲਤ ਜੋ ਬਿਆਨਬਾਜ਼ੀ ਜਾਂ ਜਿੱਦਾਂ ਗਲਤ ਜੋ ਸ਼ਿਕਾਇਤਾਂ ਲੈ ਕੇ। ਜੀ ਢੇਸੀ ਸਾਹਿਬ, ਆਖਰ ਵਿੱਚ ਇੱਕ ਸਵਾਲ ਹੋਰ ਪੁੱਛਣਾ ਹੈ, ਕਿਉਂਕਿ ਬੜੇ ਵਧੀਆ ਤਰੀਕੇ ਨਾਲ ਤੁਸੀਂ ਸਾਰੀ ਗੱਲ ਦੱਸੀ ਹੈ, ਕਿਉਂਕਿ ਤੁਹਾਨੂੰ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਫਿਕਰ ਹੈ ਪੰਜਾਬ ਦਾ, ਭਾਰਤ ਦਾ, ਕਿਉਂਕਿ ਜਿਹੜੀ ਤੁਸੀਂ ਐਂਟੀ ਨੈਸ਼ਨਲਿਜ਼ਮ ਦੀ ਗੱਲ ਕੀਤੀ ਹੈ, ਪਿਛਲੇ ਦਿਨਾਂ ਦੇ ਦੌਰਾਨ UK 'ਚ ਕੁਛ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ, ਉਹਨੂੰ ਲੈ ਕੇ ਸਵਾਲ ਬਹੁਤ ਖੜੇ ਹੋਏ, ਚਾਹੇ ਤਿਰੰਗਾ ਝੰਡਾ ਦੀ ਗੱਲ ਕਿਉਂ ਨਾ ਹੋਵੇ। ਕੀ ਗੱਲ ਉਹਦੇ ਨਾਲ ਜੋੜ ਕੇ ਜਾਣਬੁੱਝ ਕੇ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਇਹ? ਜੀ ਦੇਖੋ, ਹਰ ਇੱਕ ਨੂੰ ਹੱਕ ਆ ਆਪਣੀ ਗੱਲਬਾਤ ਕਰਨ ਦਾ,
ਪਰ ਸ਼ਾਂਤਮਈ ਢੰਗ ਦੇ ਨਾਲ ਹੋਣੀ ਚਾਹੀਦੀ ਆ। ਬਿਲਕੁਲ ਜੀ। ਜਦੋਂ ਆਪਾਂ ਦੇਖਿਆ ਕਿ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਜਦੋਂ ਇਹ ਰਿਪੋਰਟਸ ਆਈਆਂ ਕਿ ਉੱਥੇ ਕੁਝ ਭੰਨਤੋੜ ਹੋਈ ਆ, ਕੁਝ ਸ਼ੀਸ਼ੇ ਟੁੱਟ ਗਏ ਨੇ, ਜਾਂ ਉੱਥੇ ਤਿਰੰਗਾ ਜਿਹੜਾ ਝੰਡਾ ਸੀਗਾ ਵੀ ਉਹ ਉਤਾਰਿਆ ਗਿਆ, ਤਾਂ ਉਸ ਚੀਜ਼ ਦਾ ਖੰਡਨ ਨਾ ਸਿਰਫ ਮੈਂ ਕੀਤਾ, ਉੱਥੇ ਦੀ ਸਰਕਾਰ ਨੇ ਕੀਤਾ, ਵਿਰੋਧੀ ਧਿਰ ਨੇ ਕੀਤਾ, ਲੰਡਨ ਦੇ ਮੇਅਰ ਜਿਹੜੇ ਸਦੀਕ ਖਾਨ ਨੇ ਉਹਨਾਂ ਨੇ ਵੀ ਕੀਤਾ। ਅਸੀਂ ਸਾਰਿਆਂ ਨੇ ਕਿਹਾ ਵੀ ਪ੍ਰਸ਼ਾਸਨ ਨੂੰ ਵੀ ਜੋ ਲੋੜੀਂਦੀ ਕਾਰਵਾਈ ਉਹ ਹੋਣੀ ਚਾਹੀਦੀ ਆ, ਸ਼ਾਂਤਮਈ ਢੰਗ ਦੇ ਨਾਲ ਜੋ ਮਰਜ਼ੀ ਜਿਹੜਾ ਮਰਜ਼ੀ ਵਿਅਕਤੀ ਲੰਡਨ 'ਚ ਕਰੇ, ਕਿਉਂਕਿ ਲੰਡਨ ਇੱਕ ਗਲੋਬਲ ਕੈਪੀਟਲ ਆ, ਇਹ ਸਿਰਫ ਇੱਕ ਦੇਸ਼ ਦੀ ਰਾਜਧਾਨੀ ਨਹੀਂ, ਇਹ 'ਚ ਅਲੱਗ-ਅਲੱਗ ਜਿਹੜੇ ਸਰਕਾਰਾਂ ਦੇ ਜੋ ਨੁਮਾਇੰਦੇ ਹੁੰਦੇ ਆਉਂਦੇ ਨੇ, ਹੋਰ ਕਈ ਵਿਅਕਤੀ ਉੱਥੇ, ਤਾਂ ਜੋ ਬਣਤਰ ਵੀ ਆ ਉਸ ਸ਼ਹਿਰ ਦੀ, ਜਿਹੜੇ ਵਸਨੀਕ ਨੇ ਉੱਥੇ, ਉਹ ਦੁਨੀਆ ਦੇ ਹਰ ਹਿੱਸੇ 'ਚੋਂ ਤਕਰੀਬਨ ਉੱਥੇ ਵਿਅਕਤੀ ਨੇ ਉਸ ਸ਼ਹਿਰ ਨੂੰ ਆਪਣਾ ਘਰ ਵੀ ਬਣਾਇਆ ਹੋਇਆ। ਸੋ ਉਹਦੇ ਵਿੱਚ ਇੱਕ ਕੁਦਰਤੀ ਇਹਨਾਂ ਦੇ ਰੋਸ ਮੁਜ਼ਾਹਰੇ ਕੁਛ ਨਾ ਕੁਛ ਹੁੰਦਾ ਰਹਿੰਦਾ, ਪਰ ਸ਼ਾਂਤਮਈ ਢੰਗ ਦੇ ਨਾਲ ਜੇ ਕੋਈ ਕਰੇ ਉਹ 'ਚ ਸਾਨੂੰ ਕੋਈ ਦਿੱਕਤ ਨਹੀਂ। ਪਰ ਜੇ ਕੋਈ ਹੁੱਲੜਬਾਜ਼ੀ ਜਾਂ ਕੁਛ ਨੁਕਸਾਨ ਹੁੰਦਾ ਆ, ਇਹ ਮਾੜੀ ਗੱਲ ਹੈ, ਤਾਂ ਇਹਦਾ ਖੰਡਨ ਅਸੀਂ ਸਾਰੇ ਸਮੇਂ-ਸਮੇਂ ਤੇ ਕਰਦੇ ਰਹੇ, ਕਿਸੇ ਦੇ ਨਾਲ ਵੀ ਹੋਵੇ ਭਾਵੇਂ। ਪਰ ਮਨੁੱਖੀ ਅਧਿਕਾਰਾਂ ਦੇ ਬਾਰੇ ਬੋਲਣਾ, ਚਾਹੇ ਕਿਸਾਨਾਂ ਦੇ ਹੱਕ ਦੇ ਬਾਰੇ ਬੋਲਣਾ, ਇਹ ਕੋਈ ਗੁਨਾਹ ਨਹੀਂਗਾ, ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ, ਇੱਕ ਅੱਛੇ ਨਾਗਰਿਕ ਹੋਣ ਦੇ ਨਾਤੇ ਵੀ, ਇੱਕ ਨੁਮਾਇੰਦੇ, ਇੱਕ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਵੀ। ਤੇ ਜੇ ਹੁਣ ਮੇਰੇ ਵਰਗਾ ਜੇ ਇੱਕ ਸਿੱਖ ਆ, ਸਾਨੂੰ ਤਾਂ ਇਹ ਗੁੜਤੀ ਚੋਂ ਚੀਜ਼ਾਂ ਮਿਲੀਆਂ ਗੁਰੂ ਸਾਹਿਬਾਨਾਂ ਤੋਂ ਕਿ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜੇ ਤੁਸੀਂ ਪਿਆਰ ਕਰਨਾ ਨਹੀਂ ਸਿੱਖਦੇ, ਤੁਸੀਂ ਰੱਬ ਨਹੀਂ ਪਾ ਸਕਦੇ। ਜੇ ਤੁਸੀਂ ਹੋਰਾਂ ਦੇ ਹੱਕਾਂ ਲਈ ਨਹੀਂ ਖੜਦੇ, ਆਪਾਂ ਨੂੰ ਗੁਰੂ ਸਾਹਿਬਾਂ ਤੋਂ ਇਹ ਸਿੱਖਿਆ ਮਿਲੀ ਹੋਈ ਆ ਕਿ ਤੁਸੀਂ ਨਾ ਸਿਰਫ ਆਪਣੇ ਹੱਕਾਂ ਲਈ ਖੜਨਾ, ਹੋਰਾਂ ਦੇ ਹੱਕਾਂ ਲਈ ਵੀ ਖੜਨਾ। ਜੇ ਆਪਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ, ਜੇ ਆਪਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜ਼ਿਕਰ ਕੀਏ, ਉਹਨਾਂ ਤਾਂ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ ਤਾਂ ਕਿ ਲੋਕੀ, ਹੋਰ ਧਰਮਾਂ ਦੇ ਲੋਕ ਵੀ, ਉਹ ਆਪਣਾ ਧਰਮ, ਆਪਣਾ ਮਜ਼ਹਬ, ਆਪਣੇ ਤੌਰ ਤਰੀਕੇ ਦੇ ਨਾਲ ਉਹ ਜ਼ਿੰਦਗੀ ਦੇ ਵਿੱਚ ਵਿਚਰ ਸਕਣ। ਤਾਂ ਉਸ ਧਰਮ ਨਾਲ ਉਹ ਸੰਬੰਧਿਤ ਜੋ ਇਸ ਤਰੀਕੇ ਨਾਲ ਵੀ ਉਹ ਆਪਣਾ ਪਾਠ ਪੂਜਾ ਕਰਨਾ ਚਾਹੁੰਦੇ, ਉਹਨਾਂ ਨੂੰ ਪੂਰਾ ਹੱਕ ਹੋਣਾ ਚਾਹੀਦਾ ਹੈ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਕਿ ਮਨੁੱਖੀ ਅਧਿਕਾਰਾਂ ਦੇ ਲਈ ਆਪਾਂ ਸਾਰੇ ਪਹਿਰਾ ਦਈਏ, ਕਿਉਂਕਿ ਜਦੋਂ ਸਾਡੀ ਵਾਰੀ ਆਉਣੀ ਹੈ, ਜੇ ਆਪਾਂ ਹੋਰ ਨਾਲੇ ਨਹੀਂ ਖੜਦੇ, ਸਾਡੇ ਲਈ ਵੀ ਨਹੀਂ ਕਿਸੇ ਨੇ ਖੜਨਾ। ਜੀ ਟੇਸੀ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ। ਪੰਜਾਬ ਤੁਹਾਡਾ, ਪਿਆਰ ਤੁਸੀਂ ਵੀ ਵੰਡ ਰਹੇ ਹੋ, ਹਮੇਸ਼ਾ ਹੀ ਇਸ ਤਰ੍ਹਾਂ ਪਿਆਰ ਦੀ ਖੁਸ਼ਬੂ ਵੰਡਦੀ ਰਹਿਣੀ ਚਾਹੀਦੀ ਹੈ। ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਸੋ ਤਰਮਨਜੀਤ ਸਿੰਘ ਢੇਸੀ ਯੂਕੇ ਤੋਂ ਪਾਰਲੀਮੈਂਟ ਮੈਂਬਰ ਨੇ, 6 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਇਹਨਾਂ ਨੂੰ ਉੱਥੇ। ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਜਦੋਂ ਢੇਸੀ ਸਾਹਿਬ ਅੰਮ੍ਰਿਤਸਰ ਵਿੱਚ ਰਾਜਾ ਸਾਂਸੀ ਵਿੱਚ ਏਅਰਪੋਰਟ ਤੇ ਉਤਰਦੇ ਨੇ, ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਤੇ ਉਤਰਦੇ ਆ, ਤਾਂ ਉੱਥੇ ਕਿਹਾ ਜਾਂਦਾ ਹੈ ਕਿ ਡਾਕੂਮੈਂਟ ਪੂਰੇ ਨਹੀਂ, ਜਿਸ ਕਰਕੇ ਇਹਨਾਂ ਨੂੰ ਰੋਕ ਦਿੱਤਾ ਗਿਆ। ਫਿਰ ਗੱਲ ਚੱਲੀ ਕਿ ਇਹਨਾਂ ਨੇ ਡਾਕੂਮੈਂਟ ਤਾਂ, ਕਿਉਂਕਿ ਪਰਿਵਾਰਕ ਮੈਂਬਰ ਉੱਥੇ ਸੀ ਲੈਣ ਆਏ, ਇਹਨਾਂ ਨੇ ਫੋਨ ਤੇ ਗੱਲ ਕੀਤੀ ਹੈ, ਸਾਰਾ ਕੁਝ ਭੇਜ ਦਿੱਤਾ ਗਿਆ। ਚਲੋ ਚੈਕਿੰਗ ਹੋਈ ਹੈ, 2.5 ਘੰਟੇ ਬਾਅਦ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪਰ ਰੌਲਾ ਸਭ ਤੋਂ ਵੱਡਾ ਇਹੀ ਸੀਗਾ, ਕਿਸ ਗੱਲ ਦਾ, ਕਿ ਉੱਥੇ ਢੇਸੀ ਸਾਹਿਬ ਨੂੰ ਰੋਕ ਦਿੱਤਾ ਗਿਆ। ਗੱਲ ਸਿੱਖ ਕੌਮ ਨਾਲ ਜੁੜ ਗਈ। ਮਸਲਾ ਕਿਸੇ ਵੇਲੇ ਇੱਦਾਂ ਹੁੰਦਾ ਕਿ ਬਹੁਤ ਸਾਰੇ ਅਦਾਰਿਆਂ ਨੂੰ ਸ਼ਾਇਦ ਇਹ ਲੱਗਦਾ ਹੁੰਦਾ ਖਬਰ ਆ ਗਈ ਹੈ, ਵਾਇਰਲ ਕਰ ਦਿਓ, ਵਿਊ ਆ ਜਾਣ। ਖਬਰ ਦੀ ਤਹਿ ਤੱਕ ਜਾਣਾ ਚਾਹੀਦਾ, ਖਬਰ ਦੀ ਤਹਿ ਤੱਕ ਜਾ ਕੇ ਹੀ ਸੱਚ ਕੀ ਹੈ ਇਹ ਦੇਖਣਾ ਚਾਹੀਦਾ। ਇਸ ਲਈ ਕਿਹਾ ਜਾਂਦਾ ਕਿ ਸੋਸ਼ਲ ਮੀਡੀਆ ਤੇ ਬਿਨਾਂ ਸੋਚੇ ਸਮਝੇ ਕਦੀ ਵੀ ਕੋਈ ਵੀ ਪੋਸਟ ਵਾਇਰਲ ਨਾ ਕਰੋ। ਡਾਕੂਮੈਂਟ ਨਹੀਂ ਸੀਗੇ, ਰੋਕਿਆ ਗਿਆ, ਉਹਨਾਂ ਨੇ ਆਪ ਦੱਸਿਆ। ਡਾਕੂਮੈਂਟ ਦਿੱਲੀ ਵਾਲੇ ਪਾਸੇ ਦੱਸਿਆ ਗਿਆ, ਹੋ ਸਕਦਾ ਸੱਚੀ ਇਹ ਗੱਲ ਹੋਵੇ, ਪਰ ਜਦੋਂ ਇੱਕ ਮਸਲਾ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਗੱਲ ਚੰਗੀ ਨਹੀਂ ਹੁੰਦੀ। ਚਾਹੇ ਤਰਮਨਜੀਤ ਸਿੰਘ ਢੇਸੀ ਹੋਰਾਂ ਦੇ ਮਾਮਲੇ ਵਿੱਚ ਹੋਵੇ, ਚਾਹੇ ਕਿਸੇ ਹੋਰ ਦੂਸਰੇ ਸ਼ਖਸ ਕੋਈ ਆਮ ਹੋਵੇ, ਚਾਹੇ ਖਾਸ ਹੋਵੇ, ਉਹਦੇ ਵਿੱਚ ਹੋਵੇ। ਪਰ ਢੇਸੀ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ, ਗੱਲ ਬਿਲਕੁਲ ਸਹੀ ਹੈ ਕਿ ਇਸ ਵੇਲੇ ਪਿਆਰ ਦੀ ਗੱਲ ਹੋਣੀ ਚਾਹੀਦੀ ਹੈ, ਇਸ ਵੇਲੇ ਕੌਮ ਦੀ ਗੱਲ ਹੋਣੀ ਚਾਹੀਦੀ ਹੈ, ਤੇ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਹੈ। ਪਿਛਲੇ ਸਮੇਂ ਦੇ ਦੌਰਾਨ ਯੂਕੇ ਦੇ ਵਿੱਚ ਬਾਹਰਲੇ ਪਾਸੇ ਉੱਥੇ ਰੌਲਾ ਪੈ ਗਿਆ ਕਿ ਉੱਥੇ ਭਾਰਤ ਵਾਲੇ ਪਾਸੇ ਜਿਹੜਾ ਤਿਰੰਗਾ ਝੰਡਾ ਸੀਗਾ ਉਹਦਾ ਅਪਮਾਨ ਕੀਤਾ ਗਿਆ। ਬਹੁਤ ਸਾਰੀਆਂ ਜਥੇਬੰਦੀਆਂ ਦੇ ਉੱਪਰ ਇਹ ਦੋਸ਼ ਲੱਗੇ, ਬਹੁਤ ਸਾਰੇ ਲੋਕਾਂ ਦੇ ਉੱਪਰ ਇਹ ਦੋਸ਼ ਲੱਗੇ, ਭਾਰਤੀ ਹਾਈ ਕਮਿਸ਼ਨ ਦੇ ਬਾਹਰ ਜੋ ਕੁਝ ਹੋਇਆ, ਪਰ ਉਹਦਾ ਖੰਡਨ ਵੀ ਕਹਿੰਦੇ ਕੀਤਾ, ਆਪ ਹੀ ਕੀਤਾ। ਚਲੋ ਚੰਗੀ ਗੱਲ ਹੈ, ਸਮੇਂ-ਸਮੇਂ ਤੇ ਮੌਕਾ ਸਾਹਮਣਾ ਨਹੀਂ ਗੱਲ ਕਹੀ ਜਾ ਸਕਦੀ, ਸਮੇਂ-ਸਮੇਂ ਤੇ ਵਧੀਆ ਤਰੀਕੇ ਨਾਲ ਸਿਆਸਤ ਕਰਨਾ ਹੀ ਅਸਲ ਵਿੱਚ ਸਿਆਸਤਦਾਨ ਦਾ ਫਰਜ਼ ਹੁੰਦਾ, ਤੇ ਉਹ ਫਰਜ਼ ਢੇਸੀ ਸਾਹਿਬ ਕਹਿੰਦੇ ਆ ਕਿ ਮੈਂ ਨਿਭਾ ਰਿਹਾ। ਸੋ ਅੱਗੇ ਵਧਦੇ ਹਾਂ। ਇਸ ਵੇਲੇ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਇੱਕ ਚਰਚਾ ਚੱਲਦੀ ਰਹਿੰਦੀ ਹੈ ਕਿ ਬਹੁਤ ਸਾਰੀ ਨੌਜਵਾਨ ਪੀੜ੍ਹੀ ਵਿਦੇਸ਼ ਵਿੱਚ ਚਲੀ ਗਈ, ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਨੇ, ਗੱਲ ਬਿਲਕੁਲ ਦਰੁਸਤ ਹੈ। ਸਰਕਾਰਾਂ ਜੇਕਰ ਉਦਯੋਗਾਂ ਦਾ ਵਿਕਾਸ ਕਰਨ ਤਾਂ ਸ਼ਾਇਦ ਕਿਸੇ ਨੂੰ ਲੋੜ ਨਾ ਪਵੇ, ਪਰ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਕਦੀ ਇਦਾਂ ਦੀਆਂ ਜਦੋਂ ਤਸਵੀਰਾਂ ਵੀਡੀਓ ਸਾਹਮਣੇ ਆਉਂਦੀਆਂ ਨੇ ਕਿ ਕੋਈ ਅਰਬ ਦੇ ਵਿੱਚ ਜਾ ਕੇ ਫਸ ਗਿਆ,
ਕੋਈ ਕੁੜੀਆਂ ਫਸ ਗਈਆਂ, ਔਰਤਾਂ ਫਸ ਗਈਆਂ, ਉਹਨਾਂ ਤੋਂ ਗਲਤ ਕੰਮ ਕਰਵਾਏ ਜਾ ਰਹੇ ਨੇ, ਮੁੰਡੇ ਨੇ ਭੁੱਖੇ ਨੇ, ਪਿਆਸੇ ਨੇ, ਡੋਂਕੀ ਲਗਾ ਕੇ ਜਾ ਰਿਹਾ ਕੋਈ। ਪਾਕਿਸਤਾਨ ਦੇ ਵਿੱਚੋਂ ਖਬਰਾਂ ਆਉਂਦੀਆਂ ਨੇ ਕਿ ਅਸੀਂ ਮੁਲਕ ਛੱਡਣ ਨੂੰ ਤਿਆਰ ਹਾਂ। 70% ਤੋਂ ਵੱਧ ਨੌਜਵਾਨ ਕਹਿ ਰਹੇ ਮੁਲਕ ਛੱਡਣ ਨੂੰ ਤਿਆਰ ਹਾਂ ਕਿਉਂਕਿ ਕਰਜ਼ਾ ਬਹੁਤ ਹੈ ਸਾਡੇ। ਚਲੋ ਕਰਜ਼ਾ ਉਹਨਾਂ ਤਾਂ ਨਹੀਂ ਹੈਗਾ, ਆਉਣ ਵਾਲੇ ਦਿਨਾਂ ਦੇ ਦੌਰਾਨ 3,75,000 ਕਰੋੜ ਤੱਕ ਵੀ ਜਾ ਸਕਦਾ ਕਰਜ਼ਾ, ਪਰ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਵਿੱਚ ਜਾ ਰਹੀ ਹੈ। ਇਹਨਾਂ ਨੂੰ ਉੱਥੇ ਤੱਕ ਪਹੁੰਚਾਉਣ ਦੇ ਲਈ ਜਿਹੜੇ ਏਜੰਟ ਵਿੱਚ ਕੰਮ ਕਰਦੇ ਆ, ਹੁਣ ਏਜੰਟ ਠੱਗੀ ਵਾਲਾ ਕੰਮ ਵੀ ਕਰ ਜਾਂਦੇ ਕਿਸੇ ਵੇਲੇ। ਤੁਸੀਂ ਦੇਖਿਆ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਕਈ ਇਮੀਗ੍ਰੇਸ਼ਨ ਸੈਂਟਰਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਤੇ ਹੁਣ ਵੀ ਇਹ ਕਾਰਵਾਈ ਚੱਲਦੀ ਹੈ। ਫਿਰੋਜ਼ਪੁਰ ਵਿੱਚ ਇੱਕ ਇਮੀਗ੍ਰੇਸ਼ਨ ਸੈਂਟਰ ਹੈ, ਉਹਦੇ ਉੱਪਰ 11 FIR ਦਰਜ ਹੋ ਚੁੱਕੀਆਂ ਨੇ ਤੇ ਕਹਿੰਦੇ ਕਰੋੜਾਂ ਰੁਪਇਆ ਬੱਚਿਆਂ ਦਾ, ਮਾਪਿਆਂ ਦਾ ਉਹਨੇ ਗਬਨ ਕਰ ਦਿੱਤਾ, ਖਾ ਲਿਆ, ਲੁੱਟ ਲਿਆ ਉਹਨਾਂ ਨੂੰ। ਤੇ ਹੁਣ ਜਿਸ ਹਿਸਾਬ ਦੇ ਨਾਲ ਅੱਜ ਪਟਿਆਲੇ ਤੋਂ ਖਬਰ ਆਈ ਹੈ ਕਿ ਪਟਿਆਲੇ ਦੇ ਵਿੱਚ 54 ਟਰੈਵਲ ਏਜੰਟਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹੈ, ਖਤਮ ਕਰ ਦਿੱਤੇ ਗਏ ਹੈ। ਕਿਉਂ ਕੀਤੇ ਗਏ? ਕਿਉਂਕਿ ਇਹਨਾਂ ਨੇ ਵੀ ਲੰਬੇ ਸਮੇਂ ਤੋਂ ਬੱਚਿਆਂ ਨੂੰ ਠੱਗਣ ਦਾ ਕੰਮ ਕੀਤਾ। ਪੰਜਾਬ ਦੇ ਵਿੱਚ ਬਹੁਤ ਸਾਰੇ ਸੈਂਟਰ ਇਸ ਤਰ੍ਹਾਂ ਦੇ ਨੇ ਜਿੱਥੇ ਸੱਚਮੁੱਚ ਹੀ ਬੱਚਿਆਂ ਦਾ ਧੱਕਾ ਹੁੰਦਾ। ਅੱਜ ਜਲੰਧਰ ਦੇ ਵਿੱਚ ਪਿਛਲੇ ਦਿਨੀ 450 ਤੋਂ ਵੱਧ ਸੈਂਟਰਾਂ ਤੇ ਕਾਰਵਾਈ ਕੀਤੀ। ਉਹ ਇਮੀਗ੍ਰੇਸ਼ਨ ਸੈਂਟਰ ਵੀ ਸੀਗੇ, ਟਰੈਵਲ ਏਜੰਸੀਆਂ ਵਾਲੇ ਵੀ ਸੀਗੇ, ਜਿਹੜੇ ਸਾਰਿਆਂ ਤੇ ਕਾਰਵਾਈ ਕੀਤੀ। ਹੁਣ ਹੁੰਦਾ ਕੀ ਹੈ, ਕੋਈ ਬੱਸ ਸਟੈਂਡ ਦੇ ਆਲੇ ਦੁਆਲੇ ਜਾ ਕੇ ਦੇਖੋ, ਉਹ ਸਾਰੇ ਪਾਸੇ ਕੋਈ ਬੋਰਡ ਨਹੀਂ ਤੁਹਾਨੂੰ ਮਿਲਣਾ, ਕੋਈ ਆ ਇਮੀਗ੍ਰੇਸ਼ਨ ਵਾਲਾ, ਕੋਈ ਆ ਇਮੀਗ੍ਰੇਸ਼ਨ ਵਾਲਾ, ਵੇ ਟੂ ਕੈਨੇਡਾ, ਵੇ ਟੂ UK, ਆਇਲਸ ਵਿੱਚੋਂ ਇੰਨੇ ਬੈਂਡ, ਜਲਦੀ ਜਾਓ ਬਾਹਰ। ਹੁਣ ਜਿਹੜੀਆਂ ਇਹ ਸਾਰੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ, ਜਿਹੜੇ ਇਹ ਏਜੰਟ ਹੈ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਕਿਉਂਕਿ ਇਹਨਾਂ ਨੇ ਅੱਧੇ ਤੋਂ ਵੱਧ ਪੰਜਾਬ ਨੂੰ ਠੱਗ ਸੁੱਟਿਆ। ਮੈਂ ਨਹੀਂ ਕਹਿੰਦਾ ਸਾਰੇ, ਇਮਾਨਦਾਰ ਵੀ ਬਹੁਤ ਹੈ। ਕੋਈ ਵਕੀਲ ਉੱਧਰ ਬੈਠਾ ਉਹ ਦੱਸਦਾ ਕਿਹੜੇ ਤਰੀਕੇ ਨਾਲ ਆਉਣਾ। ਜਲੰਧਰ ਦੇ ਵਿੱਚ ਵੀ ਕੁਝ ਇਦਾਂ ਦੇ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਫੀਸ ਤਾਂ ਸਾਡੀ, ਤੁਸੀਂ ਆਇਲਸ ਸਾਡੇ ਵੱਲੋਂ ਹੀ ਕਰਦੇ, ਅਸੀਂ ਤੁਹਾਡੇ ਕੋਲ ਫਾਈਲ ਦਾ ਚਾਰਜ ਵੀ ਨਹੀਂ ਲੈਣਾ। ਉਹ ਵੀ ਤਾਂ ਕੰਮ ਕਰਦੇ ਪਏ ਆ। ਕੋਈ ਇਦਾਂ ਦੇ ਵੀ ਹੈ, ਫਾਈਲ ਦਾ ਚਾਰਜ 10,000 ਹੋਊਗਾ, 15,000 ਹੋਊਗਾ, 30,000 ਵੀ ਲਈ ਜਾਂਦੇ ਹੋਣੇ ਆ। ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਪਤਾ ਨਹੀਂ ਫਾਈਲਾਂ ਦੇ ਕਿੰਨੇ ਕੁ ਢੇਰ ਲਗਾ ਕੇ ਰੱਖ ਦਿੱਤੇ ਆ। ਤੇ ਕਈ ਇਦਾਂ ਦੇ ਵੀ ਹੈ, ਤੁਹਾਡਾ ਵੀਜ਼ਾ ਤਾਂ ਅਪਲਾਈ ਕੀਤਾ, ਸਤੰਬਰ ਇਨਟੇਕ ਆ ਜਾਊਗਾ, ਦਸੰਬਰ ਤੱਕ ਆ ਜਾਏਗਾ, ਜਨਵਰੀ ਤੱਕ ਆ ਜਾਏਗਾ। ਲਾਰੇ ਲੱਪਿਆਂ ਵਾਲੇ ਵੀ ਤਾਂ ਹੈਗੀ ਹੈ, ਪਰ ਬਚਣ ਦੀ ਲੋੜ ਹੈ। ਜਿਸ ਹਿਸਾਬ ਦੇ ਨਾਲ ਇਸ ਵੇਲੇ ਸਭ ਤੋਂ ਵੱਡਾ ਰੌਲਾ ਇਹੀ ਹੈ ਕਿ ਨੌਜਵਾਨ ਬੱਚੇ, ਕੁੜੀਆਂ, ਮੁੰਡੇ ਬਾਹਰ ਜਾਣਾ ਚਾਹੁੰਦੇ ਆ। ਪ੍ਰਚਾਰ ਕੀ ਹੁੰਦਾ? ਪ੍ਰਚਾਰ ਹੁੰਦਾ ਕਿ ਬਾਹਰਲੇ ਦੇਸ਼ ਤੋਂ ਇੱਕ ਵਿਅਕਤੀ ਆ ਗਿਆ, ਬੱਚਾ ਆ ਗਿਆ, ਨੌਜਵਾਨ ਆ ਗਿਆ, ਉਹਨੇ ਇੱਧਰ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਹਦਾ ਪ੍ਰਚਾਰ ਬਹੁਤ ਹੁੰਦਾ। ਪਰ ਕੀ ਇਸ ਗੱਲ ਨੂੰ ਕੋਈ ਦਿਖਾਉਂਦਾ ਪਿਆ ਕਿ ਭਾਰਤ ਦੇ ਵਿੱਚ 70,000 ਤੋਂ ਵੱਧ ਲੋਕਾਂ ਨੇ 1 ਸਾਲ ਦੇ ਵਿੱਚ ਨਾਗਰਿਕਤਾ ਛੱਡ ਦਿੱਤੀ ਹੈ? ਮਸਲਾ ਤਾਂ ਇਹੀ ਹੈ ਨਾ, ਕਿਉਂਕਿ ਬਣਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਇਸ ਕਰਕੇ ਇਹ ਸਾਰਾ ਹੋ ਰਿਹਾ। ਸਰਕਾਰਾਂ ਇੱਧਰ ਧਿਆਨ ਇੱਕ ਦਿਨ ਤਾਂ ਜ਼ਰੂਰ ਦੇਣਗੀਆਂ, ਨਹੀਂ ਤਾਂ ਆਉਂਦੇ ਦਿਨਾਂ ਨੂੰ ਧਿਆਨ ਇੱਧਰ ਦੇਣਾ ਹੀ ਪੈਣਾ। ਅੱਗੇ ਵੱਧਦੇ ਹਾਂ, ਗੱਲ ਕਰਨੀ ਹੈ ਰਾਜਸਥਾਨ ਦੀ। ਰਾਜਸਥਾਨ ਤੋਂ ਇੱਕ ਖਬਰ ਆਈ, ਬੜੀ ਪਰੇਸ਼ਾਨ ਕਰਦੀ ਖਬਰ ਹੈ ਕਿਉਂਕਿ ਇੱਕ ਪਾਸੇ ਮਨੀਪੁਰ 'ਚ ਹਿੰਸਾ ਚੱਲਦੀ ਹੈ, ਦੂਸਰੇ ਪਾਸੇ ਹਰਿਆਣਾ 'ਚ ਚੱਲਦੀ ਹੈ, ਤੇ ਹੁਣ ਇੱਕ ਖਬਰ ਰਾਜਸਥਾਨ ਤੋਂ ਆਈ ਹੈ। ਰਾਜਸਥਾਨ ਤੋਂ ਜਿਹੜੀ ਖਬਰ ਆਈ ਹੈ, 2 ਕੁੜੀਆਂ ਬੱਕਰੀਆਂ ਚਾਰਨ ਗਈਆਂ। ਬੱਕਰੀਆਂ ਤਾਂ ਵਾਪਸ ਆ ਗਈਆਂ, ਪਰ ਉਹ ਕੁੜੀਆਂ ਨਹੀਂ ਵਾਪਸ ਆਈਆਂ। ਜ਼ਬਰ ਜਨਾਹ ਹੋਇਆ, 4 ਜਣਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇੱਕ ਕੁੜੀ ਨੂੰ ਬਲਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਗਿਆ, ਉਹਦਾ ਸਰੀਰ ਲੂਹ ਹੋ ਗਿਆ, ਉਹਦੀ ਮੌਤ ਹੋ ਜਾਂਦੀ ਹੈ। ਜਦੋਂ ਦੇਖਿਆ ਕਿ ਉਹ ਚੰਗੀ ਤਰ੍ਹਾਂ ਨਹੀਂ ਸੜਦੀ ਪਈ, ਉਹਨੂੰ ਚੱਕ ਕੇ ਪਾਣੀ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਪਾਣੀ ਦੇ ਵਿੱਚ ਇਸ ਕਰਕੇ ਸੁੱਟਿਆ ਕਿ ਕਿਸੇ ਨਾ ਕਿਸੇ ਤਰੀਕੇ ਬਹਿ ਜਾਵੇ, ਬਸ ਕੰਮ ਹੋ ਜੇ। ਭਾਰਤ ਦੇ ਵਿੱਚ ਪਿਛਲੇ ਕੁਝ ਕੁ ਸਾਲਾਂ ਤੋਂ ਜਿਸ ਹਿਸਾਬ ਦੇ ਨਾਲ ਇਹ ਲਗਾਤਾਰ ਘਟਨਾਵਾਂ ਵਧੀਆਂ ਨੇ, ਇੱਧਰ ਧਿਆਨ ਦੇਣ ਦੀ ਜ਼ਰੂਰਤ ਹੈ। ਨਿਰਭਇਆ ਕਾਂਡ ਹੋਇਆ, ਸਾਰਾ ਦੇਸ਼ ਮੋਮਬੱਤੀਆਂ ਲੈ ਕੇ ਸੜਕਾਂ ਤੇ ਆ ਗਿਆ, ਕਾਨੂੰਨ ਬਦਲਣ ਦੀ ਗੱਲ ਕਹੀ ਗਈ ਕਿਉਂਕਿ ਉਸ ਵੇਲੇ ਜਿਸ ਹਿਸਾਬ ਨਾਲ ਲੋਕ ਇਕੱਠੇ ਹੋਏ ਜ਼ਰੂਰੀ ਸੀਗਾ, ਕਿਉਂਕਿ ਬਹੁਤ ਸਾਰੇ ਇੱਥੇ ਉਹ ਸਿਆਸਤਦਾਨ ਵੀ ਹੈਗੇ ਆ ਜਿਨ੍ਹਾਂ ਦੇ ਉੱਪਰ ਰੇਪ ਦੇ ਦੋਸ਼ ਲੱਗੇ ਆ। ਅਗਲੇ ਐਨ ਹਿੱਕ ਠੋਕ ਕੇ ਚੋਣਾਂ ਲੜਦੇ ਆ, ਜਿੱਤ ਵੀ ਜਾਂਦੇ ਆ, ਵਿਧਾਇਕ ਵੀ ਬਣ ਜਾਂਦੇ ਆ। ਯੂਪੀ 'ਚ ਉਦਾਹਰਨਾਂ ਇੱਦਾਂ ਦੀਆਂ ਹੈਗੀਆਂ। ਕੁਲਦੀਪ ਸਿੰਘਰ ਦਾ ਨਾਮ ਕਈ ਵਾਰ ਆਇਆ, ਹੋਰ ਵੀ ਬਹੁਤ ਸਾਰੇ ਹੋਣਗੇ। ਉਹਦੇ ਉੱਪਰ ਤੇ ਵੀ ਦੋਸ਼ ਲੱਗਾ, ਇਹਨੇ ਪਰਿਵਾਰ ਹੀ ਮਰਵਾ ਕੇ ਰੱਖ ਦਿੱਤਾ। ਉਹਨੇ ਮਰਵਾਇਆ ਸੀ, ਨਾਲ ਦੇ ਸੀਗੇ, ਕਿਹੜੇ ਸੀਗੇ, ਪਰ ਦੋਸ਼ ਤਾਂ ਸਿੰਗਰ ਤੇ ਲੱਗੇ ਨਾ। ਤੇ ਹੱਸ ਕੇ ਜਦੋਂ ਲੰਘਣਾ ਸੀ ਲੋਕਾਂ ਦੇ ਵਿੱਚ ਦੀ, ਤਾਂ ਫਿਰ ਬਾਅਦ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਸੀ ਸਖਤ ਕਾਰਵਾਈ ਕਰਾਂਗੇ, ਤੇ ਉਹੀ ਸਰਕਾਰ ਨੇ ਕੁਲਦੀਪ ਸਿੰਘਰ ਦੀ ਧਰਮ ਪਤਨੀ ਨੂੰ ਜਦੋਂ ਟਿਕਟ ਦੇ ਦਿੱਤੀ ਸੀਗੀ, ਤੇ ਉਸ ਵੇਲੇ ਵੀ ਤਾਂ ਰੌਲਾ ਬਹੁਤ ਪਿਆ ਹੀ ਸੀਗਾ, ਬਹੁਤ ਕੁਝ ਚੱਲਦਾ। ਪਰ ਇਹ ਜਿਹੜੀ ਖਬਰ ਸਾਹਮਣੇ ਆਈ ਹੈ, ਹੁਣ ਇਸ ਮਸਲੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਵੀ ਉੱਥੋਂ ਦੇ ਕਹਿੰਦੇ ਆ, ਗਹਿਲੋਤ ਸਾਹਿਬ, ਕਿ ਅਸੀਂ ਸਖਤ ਕਾਰਵਾਈ ਕਰਾਂਗੇ। ਕਮਾਲ ਦੀ ਗੱਲ ਇਹ ਹੈ ਕਿ ਹਰ ਮਹੀਨੇ ਲਗਾਤਾਰ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ।
2014 ਦੇ ਵਿੱਚ ਜਿਹੜੀ ਸਰਕਾਰ ਭਾਜਪਾ ਆਈ ਉਹ ਕਹਿੰਦੇ ਸੀਗੇ ਫਾਸਟ ਟਰੈਕ ਅਦਾਲਤਾਂ ਬਣਾਈਆਂ ਜਾਣਗੀਆਂ, ਇਸ ਤਰ੍ਹਾਂ ਦੇ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇਗਾ। ਕਿੱਥੇ ਆ ਫਾਸਟ ਟਰੈਕ ਅਦਾਲਤਾਂ? ਲੋਕ ਪੁੱਛਦੇ ਨੇ। ਅੱਜ 2019 ਦੇ ਵਿੱਚ ਰਿਪੀਟ ਹੋਏ, ਫਿਰ ਗੱਲ ਚੱਲੀ, ਨਾ ਫਾਸਟ ਟਰੈਕ ਅਦਾਲਤਾਂ ਮਿਲੀਆਂ, ਨਾ ਹੀ ਇਸ ਤਰ੍ਹਾਂ ਦੇ ਕੇਸ ਰੁਕੇ ਨੇ। ਹਰ ਰੋਜ਼ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ। ਹਰ ਘੰਟੇ ਦੇ ਵਿੱਚ, 1 ਘੰਟੇ ਦੇ ਵਿੱਚ 10 ਤੋਂ ਵੱਧ ਔਰਤਾਂ ਜ਼ਬਰਦਸਤੀ ਦਾ ਸ਼ਿਕਾਰ ਹੁੰਦੀਆਂ ਤੇ ਦਿਨ ਵਿੱਚ ਕਿੰਨੀਆਂ ਹੋਣਗੀਆਂ ਅੰਦਾਜ਼ਾ ਲਗਾਇਆ ਜਾ ਸਕਦਾ। ਸਾਲਾਂ ਦੇ ਵਿੱਚ ਇਹ ਲਗਾਤਾਰ ਗਿਣਤੀ ਵੱਧਦੀ ਜਾ ਰਹੀ ਹੈ। ਇੱਧਰ ਕੋਈ ਧਿਆਨ ਕਿਉਂ ਨਹੀਂ ਦਿੰਦਾ ਪਿਆ? ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ? ਇਸ ਮਸਲੇ ਦੇ ਵਿੱਚ ਜੋ ਹੁਣ ਅਪਡੇਟ ਸਾਹਮਣੇ ਆਈ ਹੈ, ਮੌਜੂਦਾ ਸਮੇਂ ਤੱਕ ਹੋ ਸਕਦਾ ਕੱਲ ਤੱਕ ਬੰਦੇ, ਅੱਜ 4 ਫੜੇ ਆ, ਕੱਲ ਨੂੰ ਦੇਖਦੇ ਆ ਕਿ ਉਹ ਕਹਿੰਦੇ ਸੀ ਤੇਜ਼ੀ ਨਾਲ ਇਸ ਕੇਸ ਦਾ ਨਿਪਟਾਰਾ ਕਰਾਂਗੇ। ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਵਿਦੇਸ਼ਾਂ ਵਿੱਚ ਕਈ ਦੇਸ਼ ਇਸ ਤਰ੍ਹਾਂ ਦੇ ਵੀ ਆ, ਅਸੀਂ ਕੱਲ ਵੀ ਜ਼ਿਕਰ ਕੀਤਾ ਕਿ ਕਈ ਦੇਸ਼ ਇਸ ਤਰ੍ਹਾਂ ਦੇ ਜਿੱਥੇ ਜੇਲ੍ਹਾਂ ਹੀ ਹੈ ਨਹੀਂ ਗੀਆਂ, ਉੱਥੇ ਪੁਲਿਸ ਵੀ ਹੈ ਨਹੀਂ ਗੀ, ਕਿਉਂਕਿ ਜ਼ਰੂਰਤ ਹੀ ਨਹੀਂ ਪੈਂਦੀ, ਉੱਥੇ ਇਸ ਤਰ੍ਹਾਂ ਦੇ ਜੁਰਮ ਹੁੰਦੇ ਹੀ ਨਹੀਂ। ਤੇ ਜੇਕਰ ਉਹ ਦੇਸ਼ ਜਿੱਥੇ ਇਸ ਤਰ੍ਹਾਂ ਦੇ ਨਾ ਜੇਲ੍ਹਾਂ ਨਾ ਉੱਥੇ ਪੁਲਿਸ ਹੈ, ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ, ਲੋਕਾਂ ਦੇ ਵਿੱਚ ਇੰਨਾ ਪਿਆਰ ਹੈ, ਉੱਥੇ ਲੋਕ ਵੀ ਜੇਕਰ ਆਪਸ ਵਿੱਚ ਟਕਰਾ ਵੀ ਜਾਂਦੇ ਆ, ਵੱਡੀ ਤੋਂ ਵੱਡੀ ਲੜਾਈ ਵੀ ਹੋ ਜਾਂਦੀ ਆ, ਉਹ ਇੱਕ ਦੂਜੇ ਨੂੰ ਸਿਰਫ ਇੱਕ ਸ਼ਬਦ ਬੋਲਦੇ, ਸੌਰੀ ਬ੍ਰਦਰ। ਸੌਰੀ ਬ੍ਰਦਰ ਤੋਂ ਬਾਅਦ ਸਾਰਾ ਕੁਝ ਠੀਕ ਹੋ ਜਾਂਦਾ। ਤੇ ਜੇਕਰ ਇਦਾਂ ਦੀ ਸੌਰੀ ਬ੍ਰਦਰ ਸਾਡੇ ਇੱਥੇ ਹੋ ਜਾਵੇ ਤਾਂ ਸਾਰਾ ਕੁਝ ਠੀਕ ਹੋ ਸਕਦਾ, ਪਰ ਸਮਾਂ ਹੋ ਸਕਦਾ ਇਸ ਚੀਜ਼ ਨੂੰ ਆਉਂਦੇ ਆਉਂਦੇ ਬਹੁਤ ਜ਼ਿਆਦਾ ਲੱਗ ਜਾਵੇ। ਟਮਾਟਰਾਂ ਦੀ ਗੱਲ ਵੀ ਕਰਨੀ ਹੈ ਜਾਂਦੇ ਜਾਂਦੇ, ਕਿਉਂਕਿ ਪੰਜਾਬ ਦੇ ਗਵਰਨਰ ਸਾਹਿਬ ਨੇ ਇੱਕ ਐਲਾਨ ਕੀਤਾ ਕਿ ਟਮਾਟਰਾਂ ਦੀ ਹੁਣ ਜਿਹੜੀ ਵਰਤੋਂ ਆ ਨਾ, ਉਹ ਗਵਰਨਰ ਹਾਊਸ ਵਿੱਚ ਨਹੀਂ ਹੋਣੀ। ਇੱਕ ਸੰਕੇਤ ਦਿੱਤਾ, ਚੰਗੀ ਗੱਲ ਹੈ, ਸੰਕੇਤ ਦੀ ਚੰਗੀ ਗੱਲ ਹੈ, ਕਿਉਂਕਿ ਲੋਕਾਂ ਤੱਕ ਇਹ ਗੱਲ ਜਾਣੀ ਚਾਹੀਦੀ ਹੈ। ਕਿੱਥੇ 150, 200, 250 ਰੁਪਏ ਤੱਕ ਇਹ ਕੀਮਤਾਂ ਪਹੁੰਚ ਗਈਆਂ ਨੇ। ਹੁਣ 250 ਰੁਪਏ ਤੱਕ ਜਦੋਂ ਇਹ ਕੀਮਤਾਂ ਪਹੁੰਚ ਗਈਆਂ, ਲੋਕ ਅਜੇ ਵੀ ਕੁਝ ਹੈਗੇ ਜਿਹੜੇ ਖਰੀਦਦੇ ਹੋਣਗੇ, ਪਰ ਵੱਡੇ ਪੱਧਰ ਤੇ ਮੈਨੂੰ ਲੱਗਦਾ ਕਿ 80-90% ਲੋਕ ਉਹ ਹੋਣੇ ਜਿਨ੍ਹਾਂ ਨੇ ਬਿਲਕੁਲ ਛੱਡ ਦਿੱਤਾ। ਤੇ ਗਵਰਨਰ ਸਾਹਿਬ ਨੇ ਅੱਜ ਇੱਕ ਸੰਕੇਤ ਦਿੱਤਾ ਕਿ ਟਮਾਟਰ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਕਦੀ ਹੈਲੀਕਾਪਟਰ ਦੀ ਵਰਤੋਂ ਕਰਨਾ ਛੱਡ ਦਿੰਦੇ ਨੇ, ਕਦੀ ਟਮਾਟਰ ਦੀ ਵਰਤੋਂ ਕਰਨਾ ਛੱਡ ਦਿੰਦੇ ਨੇ। ਠੀਕ ਹੈ, ਜੇ ਲੋਕਾਂ ਤੱਕ ਐਡੇ ਵੱਡੇ ਸੰਕੇਤ ਦਿੱਤੇ ਜਾ ਸਕਦੇ ਨੇ, ਤਾਂ ਦੂਸਰੇ ਪਾਸੇ ਗਵਰਨਰ ਸਾਹਿਬ ਇੱਕ ਚੀਜ਼ ਹੋਰ ਵੀ ਤਾਂ ਹੋ ਹੀ ਸਕਦੀ ਹੈ। ਜਿਹੜੇ ਪੰਜਾਬ ਦੇ ਵਿੱਚ ਇੰਨੇ ਦਿਨਾਂ ਤੋਂ ਮਸਲੇ ਚੱਲਦੇ ਪਏ ਨੇ, ਜਿਹੜੇ ਮੁੱਦਿਆਂ ਤੇ ਗੱਲ ਹੀ ਨਹੀਂ ਕੀਤੀ ਜਾਂਦੀ, ਮੁੱਖ ਮੰਤਰੀ ਸਾਹਿਬ ਦੇ ਨਾਲ ਰੇੜਕਾ ਚੱਲਦਾ ਸੀ, ਤਾਂ ਦੋਹਾਂ ਨੂੰ ਕਹਿੰਦੇ ਆ ਭਾਈ ਕਿ ਆਪਣੀ ਆਪਣੀ ਸੀਟ ਤੇ ਆਪਣੀ ਥਾਵਾਂ ਤੇ ਬਹਿ ਕੇ ਪੰਜਾਬ ਦੇ ਲੋਕਾਂ ਦੇ ਵਿਕਾਸ ਦੀ ਗੱਲ ਕਰੋ, ਪੰਜਾਬ ਦੇ ਵਿਕਾਸ ਦੀ ਗੱਲ ਕਰੋ। ਉੱਧਰ ਕੋਈ ਤੁਰਦਾ ਹੀ ਨਹੀਂ ਪਿਆ। ਤੇ ਜੇਕਰ ਟਮਾਟਰ ਜੇਕਰ ਵਰਤੋਂ ਕਰਨ ਤੇ ਰੋਕ ਲਗਾਈ ਜਾ ਸਕਦੀ ਹੈ ਤੇ ਲਾਲਗੀ ਰੁਕ ਸਕਦੀ ਹੈ, ਤਾਂ ਇਸੇ ਤਰ੍ਹਾਂ ਸਾਦਗੀ ਦੇ ਨਾਲ ਪੰਜਾਬ ਦੇ ਮਸਲਿਆਂ ਦਾ ਹੱਲ ਵੀ ਕੀਤਾ ਜਾ ਸਕਦਾ ਹੈ। ਨਹੀਂ ਤਾਂ ਪੰਜਾਬ ਦੇ ਮਸਲੇ ਜਿਸ ਹਿਸਾਬ ਦੇ ਨਾਲ ਇਹ ਅੱਗੇ ਵੱਲ ਵੱਧਦੇ ਦਿਖਾਈ ਦੇ ਰਹੇ ਨੇ, ਜਿਸ ਹਿਸਾਬ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਕੋਈ ਬੋਲਦਾ ਨਹੀਂ ਪਿਆ, ਆਉਂਦੇ ਦਿਨਾਂ ਨੂੰ ਫਿਰ ਗੱਲ ਕੌਣ ਕਰੇਗਾ? ਸਿਆਸਤਦਾਨਾਂ ਦਾ ਕੰਮ ਹੁੰਦਾ ਹੈ ਪੰਜਾਬ ਦੇ ਲੋਕਾਂ ਦਾ ਖਿਆਲ ਰੱਖਣਾ, ਕਿਉਂਕਿ ਜੇ ਆਮ ਲੋਕ ਇੰਨੇ ਜੋਗੇ ਹੁੰਦੇ ਤਾਂ ਫਿਰ ਆਪ ਹੀ ਆਪਣੇ ਆਪ ਦੇ ਵਿੱਚ ਚੁਣ ਕੇ ਉੱਥੇ ਚਲੇ ਜਾਂਦੇ। ਪਰ ਲੋਕਾਂ ਨੇ ਤੁਹਾਨੂੰ ਚੁਣਿਆ, ਇਸੇ ਕਰਕੇ ਚੁਣਿਆ ਕਿ ਤੁਸੀਂ ਲੋਕਾਂ ਦੀ ਮਦਦ ਕਰੋ, ਪਰ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਮਿਨਿਸਟਰ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।